ਕਿਸਾਨ ਉਹਨੂੰ ਫਸਲ ਨੂੰ ਅੱਗ ਲਾਉਂਦੇ ਨੇ, ਪ੍ਰਦੂਸ਼ਣ ਜਿਹੜਾ ਹੁੰਦਾ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ, ਉਹਦੇ ਨਾਲ ਬੜਾ ਕੁਝ ਹੁੰਦਾ ਤਾਂ ਉਹਦੇ 'ਚ ਨੁਕਸਾਨ ਮੇਰਾ ਵੀ ਹੁੰਦਾ। ਮੈਂ ਤਾਂ ਸਮਰਥਨ ਕਰ ਰਿਹਾ, ਨੁਕਸਾਨ ਫਿਰ ਵੀ ਮੇਰਾ ਹੋ ਰਿਹਾ। ਇਹਦੇ ਬਾਵਜੂਦ ਵੀ ਇਹਦਾ ਫਿਰ ਇਹਦੇ ਤਾਂ ਫਿਰ ਮੇਰੇ ਨਾਲ ਨਾਇਨਸਾਫ਼ੀ ਹੋ ਗਈ ਨਾ। ਮੈਂ ਦਾ ਮਤਲਬ ਹੈ ਪਬਲਿਕ। ਮੈਂ ਉਹੀ ਗੱਲ ਕਰਦਾ, ਪਬਲਿਕ ਤਾਂ ਨਾਲ ਜੁੜ ਗਈ ਹੈ। ਜੇ ਪਬਲਿਕ ਨਾਲ ਨਾ ਜੁੜਦੀ ਤਾਂ ਇਹ ਜਨ ਅੰਦੋਲਨ ਕਿਵੇਂ ਬਣਦਾ? ਕਿਸਾਨ ਅੰਨਦਾਤਾ ਹੋਣ ਦੇ ਬਾਵਜੂਦ ਵੀ ਇੱਕ ਤਰਸਯੋਗ ਹਾਲਤ ਦੇ ਵਿੱਚ ਕਿਉਂ ਨੇ? ਉਹ ਕਿਉਂ ਨਹੀਂ ਆਪਣਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੁੰਦਾ, ਉਹਨਾਂ ਕਿਸਾਨਾਂ ਵੱਲੋਂ ਹੀ ਖੜਾ ਕਰ ਲਿੱਤਾ ਜਾਂਦਾ ਕਿ ਉਹਨਾਂ ਨੂੰ ਸਰਕਾਰਾਂ ਕੰਨੀ ਵੇਖਣਾ ਹੀ ਨਾ ਪਵੇ। ਜਿਹੜਾ ਕੇਂਦਰ ਸਰਕਾਰ ਦਾ ਠੂਠਾ ਫੰਡ ਵਰਗੀ ਨੌਬਤ ਸੀ, ਉਹ ਤੋਂ ਖੜਾ ਛਡਵਾਤਾ, ਕਿਉਂਕਿ ਪਹਿਲਾਂ ਅਸੀਂ PL 480 ਅਧੀਨ ਅਮਰੀਕਾ ਦੀ ਸ਼ਰਤਾਂ ਮੰਨ ਕੇ ਉਹਨਾਂ ਤੋਂ ਅਨਾਜ ਮੰਗਵਾਉਂਦੇ ਸੀ। ਡਾਕਟਰ ਸਾਹਿਬ, ਤੁਸੀਂ ਕਹਿੰਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਇਸ ਕਰਕੇ ਫਸਲ ਨੂੰ ਬੀਜਣ ਤੇ ਮਜਬੂਰ ਹੋਵੇ ਕਿਉਂਕਿ ਇਹ ਫਸਲ ਜਿਹੜੀ ਆ ਫਾਇਦੇ ਵਾਲੀ ਸੀਗੀ। ਕਿਸਾਨ 24 ਘੰਟੇ ਔਨ ਕਾਲ ਹੁੰਦਾ ਹੈਗਾ। ਅੱਧੀ ਰਾਤ ਠੰਡ ਜ਼ਿਆਦਾ ਹੋਵੇ ਆ ਜਾਂਦਾ ਹੈ, ਇਹ ਪਹਿਰ ਦੇ ਤੜਕੇ ਮੀਂਹ ਜ਼ਿਆਦਾ ਹੋ ਜਾਵੇ, ਕਿਸਾਨ ਖੇਤ 'ਚ ਆ ਜਾਂਦਾ ਹੈ। ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਵੀ ਬੀਜੀਆਂ ਜਾਂਦੀਆਂ ਨੇ, ਉੱਥੇ ਕਣਕ ਝੋਨਾ ਜੇ ਨਹੀਂ ਬੀਜਿਆ ਜਾ ਸਕਦਾ, ਉੱਥੇ ਜੇ ਬੀਜੀਆਂ ਜਾ ਸਕਦੀਆਂ ਦੂਜੀਆਂ ਫਸਲਾਂ, ਤਾਂ ਫਿਰ ਪੰਜਾਬ 'ਚ ਕਿਉਂ ਨਹੀਂ? ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਨਫੇ ਨਾਲ ਕੋਈ ਬਹੁਤ ਅੱਗੇ ਜਾ ਰਹੇ ਨੇ। ਜੇ ਨਫੇ ਨਾਲ ਅੱਗੇ ਜਾ ਰਹੇ ਹੁੰਦੇ 4 ਜੂਨ 2020 ਨੂੰ ਜਦੋਂ ਇਹ ਆਰਡੀਨੈਂਸ ਜਾਰੀ ਨਹੀਂ ਹੋਏ ਸੀ ਤਾਂ ਕਿਸਾਨ ਕਿੱਥੇ ਸੀ? ਤੇ ਫਿਰ ਕਿਉਂ ਨਹੀਂ ਅਜਿਹੀ ਜਿਹੜੀਆਂ ਸਰਕਾਰਾਂ ਨੂੰ ਅੱਗੇ ਲੈ ਕੇ ਉਹ ਪਾਰਟੀਆਂ ਨੂੰ ਅੱਗੇ ਲੈ ਕੇ ਆ ਜਾਂਦਾ, ਅਜਿਹੇ ਲੋਕ ਚੁਣੇ ਕੇ ਲੈ ਕੇ ਆਉਂਦੇ ਜਿਹੜੀ ਕਿਸਾਨੀ ਦਾ ਇਹ ਮਸਲਾ ਹੱਲ ਕਰਨ? ਸਰਕਾਰਾਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਚੁਣ ਕੇ ਵੀ ਤਾਂ ਕਿਸਾਨ ਹੀ ਅੱਗੇ ਲੈ ਕੇ ਆ ਰਹੇ ਨੇ। ਪੰਜਾਬ, ਹਰਿਆਣਾ ਤੇ ਵੈਸਟਰਨ ਉੱਤਰ ਪ੍ਰਦੇਸ਼ ਨੂੰ ਤੰਗ ਕਰਦੇ ਰਹੇ ਜਿਸ ਤਰ੍ਹਾਂ ਚੱਲ ਰਿਹਾ, ਫਿਰ ਕੱਲ ਨੂੰ ਅਨਾਜ ਕਿੱਥੋਂ ਮੰਗਵਾਵਾਂਗੇ? 60ਵਿਆਂ 'ਚ ਅਸੀਂ ਅਮਰੀਕਾ ਤੋਂ PL 480 ਅਧੀਨ ਉਹਦੀਆਂ ਸ਼ਰਤਾਂ ਮੰਨ ਕੇ ਅਨਾਜ ਮੰਗਵਾਇਆ ਸੀ। ਉਸ ਮੌਕੇ ਜਿਹੜੀ ਸਾਡੀ ਜਨਸੰਖਿਆ ਸੀ, ਕੁਲਵੰਤ ਸਿੰਘ ਜੀ, ਉਹ 44 ਕਰੋੜ ਤੋਂ ਘੱਟ ਸੀ, ਕਿਉਂਕਿ 44 ਕਰੋੜ ਸਾਡੀ ਜਨਸੰਖਿਆ ਹੁੰਦੀ 1971 'ਚ। ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ, ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਅਰਥ ਵਿਗਿਆਨੀ ਡਾਕਟਰ ਗਿਆਨ ਸਿੰਘ, ਜਿਨ੍ਹਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਦੇ ਲਈ ਇੰਨੀ ਕੀ ਨੌਬਤ ਆ ਗਈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਉੱਚ ਪੱਧਰੀ ਕਮੇਟੀ ਬਣਾਉਣੀ ਪਈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਕੁਲਵੰਤ ਸਿੰਘ ਜੀ, ਸ਼ੁਕਰੀਆ ਤੁਹਾਡਾ। ਡਾਕਟਰ ਸਾਹਿਬ, ਪੰਜਾਬ ਵਿਧਾਨ ਸਭਾ ਨੇ ਪਾਣੀ ਦੇ ਡਿੱਗਦੇ ਪੱਧਰ ਨੂੰ ਲੈ ਕੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਇਹ ਲੋੜ ਕਿਉਂ ਪਈ ਆਖਰ ਜੀ? ਇਹ ਦੇਖੋ, ਗੱਲ ਇਹ ਹੈ ਕਿ ਸ਼ੁਕਰ ਹੈ ਕਿ ਵਿਧਾਨ ਸਭਾ ਜਾਂ ਸਾਡੇ ਹੁਕਮਰਾਨ ਜਾਗੇ। ਸਾਡਾ ਜਿਹੜਾ ਪਾਣੀ, ਧਰਤੀ ਵਾਲੇ ਪਾਣੀ ਦਾ ਪੱਧਰ ਹੈ, ਇਹ ਤਾਂ ਬਹੁਤ ਦੇਰ ਤੋਂ ਥੱਲੇ ਆ ਰਿਹਾ ਹੈਗਾ। 2003 'ਚ ਇੱਕ ਅਸੀਂ ਪ੍ਰੋਜੈਕਟ ਕੀਤਾ ਸੀ, ਗਰਾਊਂਡ ਵਾਟਰ ਡਿਵੈਲਪਮੈਂਟ ਇਨ ਪੰਜਾਬ। ਉਹ ਬੁੱਕ ਦੀ ਫਾਰਮ 'ਚ ਵੀ ਛਪ ਕੇ ਆ ਗਿਆ। ਉਹ 'ਚ ਮੈਂ, ਡਾਕਟਰ ਸੁਰਿੰਦਰ ਸਿੰਘ ਤੇ ਹਰਵਿੰਦਰ ਸਿੰਘ ਹੋਣੀ ਸੀ। ਤੇ ਜਦ ਵੀ ਪਾਣੀ ਦੀ ਸਮੱਸਿਆ ਵੱਡੀ ਸੀ, 2003 17 ਸਾਲ ਪਹਿਲਾਂ ਦੀ ਗੱਲ ਕਰਦਾ ਹੈ ਨਾ, ਜਿਹੜਾ ਸਾਰਾ ਸਟੱਡੀ ਕੀਤਾ ਸੀ। ਇਹ ਤੇ ਹੁਣ ਜਾਗੇ ਨੇ। ਜਾਗਣ ਤੇ ਜਿਹੜਾ ਹੈਗਾ ਚੰਗੀ ਗੱਲ ਹੈ। ਕਿ ਕਾਰਨ ਤੁਸੀਂ ਪੁੱਛਿਆ ਵੀ ਕਿਉਂ ਨੌਬਤ ਆਈ? ਨੌਬਤ ਤਾਂ ਇਸ ਲਈ ਆ ਗਈ ਕਿ ਪੰਜਾਬ ਦੇ 3/4 ਤੋਂ ਵੱਧ ਵਿਕਾਸ ਖੰਡਾਂ ਵਿੱਚ ਧਰਤੀ ਵਾਲਾ ਪਾਣੀ ਬਹੁਤ ਜ਼ਿਆਦਾ ਥੱਲੇ ਚਲਿਆ ਗਿਆ ਹੈ, ਕਿ ਜਿੰਨਾ ਪਾਣੀ ਰੀਚਾਰਜ ਹੁੰਦਾ ਉਦੋਂ ਵੱਧ ਉੱਥੋਂ ਕੱਢਿਆ ਜਾ ਰਿਹਾ ਹੈਗਾ। ਤੇ ਉਹਦੇ ਕਰਕੇ ਸਾਨੂੰ ਅਨੇਕਾਂ ਅਕੈਤ ਅਸਹਿ ਸਮੱਸਿਆਵਾਂ ਦਿਖ ਰਹੀਆਂ ਨੇ, ਤੇ ਆਉਣ ਵਾਲੇ ਟਾਈਮ 'ਚ ਕਿਹੜੀਆਂ ਸਮੱਸਿਆਵਾਂ ਸਾਨੂੰ ਘੇਰਨਗੀਆਂ, ਉਹਨਾਂ ਬਾਰੇ ਬਹੁਤ ਸੌਖੇ ਤੌਰ ਤੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਡਾਕਟਰ ਸਾਹਿਬ, ਧਰਤੀ ਹੇਠਲਾ ਪਾਣੀ ਲਗਾਤਾਰ ਨੀਚੇ ਜਾ ਰਿਹਾ। ਪੰਜਾਬ ਦੇ ਵਿੱਚ ਕਿਸਾਨ ਕਣਕ ਤੇ ਝੋਨੇ ਦੀ ਫਸਲ ਨੂੰ ਲੈ ਕੇ ਉਹ ਲਗਾਤਾਰ ਅੜੇ ਹੋਏ ਨੇ। ਇੱਕ ਇਹੋ ਜਿਹਾ ਸਿਸਟਮ ਬਣ ਗਿਆ ਕਿ ਕੇਂਦਰ ਸਰਕਾਰ ਹੁਣ ਜਿਹੜੀ ਖੇਤੀ ਕਾਨੂੰਨ ਬਣਾਏ ਨੇ, ਉਸ ਨੂੰ ਲੈ ਕੇ ਵੀ ਇਹ ਕਿਆਸ ਲਾਈਆਂ ਜਾ ਰਹੀਆਂ ਨੇ। ਇਹ ਦੋਸ਼ ਲੱਗ ਰਹੇ ਨੇ ਕਿ ਸ਼ਾਇਦ ਕਿਸਾਨ ਇਸੇ ਕਰਕੇ ਇਸ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਕਣਕ ਤੇ ਝੋਨੇ ਦੀ ਫਸਲ ਜਿਹੜੀ ਹੈ ਉਹ ਆਸਾਨੀ ਨਾਲ ਮਜ਼ਦੂਰਾਂ ਤੋਂ ਬਿਜਵਾ ਦਿੱਤੀ ਜਾਂਦੀ ਹੈ, ਤੇ ਅੱਗੇ ਉਹੀ ਫਸਲ ਜਿਹੜੀ ਹੈ ਆਸਾਨੀ ਨਾਲ ਸਰਕਾਰ ਜਿਹੜੀ ਹੈ ਉਸ ਨੂੰ ਖਰੀਦ ਲੈਂਦੀ ਹੈ। ਇਹੀ ਚੱਕਰ ਹੈ ਕਿ ਇਹ ਖੇਤੀ ਕਾਨੂੰਨਾਂ ਦਾ ਵੀ ਇਸੇ ਕਰਕੇ ਵਿਰੋਧ ਹੋ ਰਿਹਾ ਹੈ, ਤੇ ਧਰਤੀ ਦੇ ਹੇਠਲਾ ਜਿਹੜਾ ਪਾਣੀ ਹੈ ਉਸ ਨੂੰ ਬਚਾਉਣ ਦਾ ਕੋਈ ਵੀ ਉਪਰਾਲਾ ਜਿਹੜਾ ਉਹ ਕਾਰਗਰ ਨਹੀਂ ਸਾਬਤ ਹੋ ਰਿਹਾ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਤੇ ਦੇਖੋ ਕੁਲਵੰਤ ਸਿੰਘ ਜੀ, ਇਹਦੇ ਨਾਲ ਪੂਰੀ ਸਹਿਮਤੀ ਹੈ, ਕਿਉਂਕਿ ਮਰਦਾ ਤਾਂ ਕੀ ਨਹੀਂ ਕਰਦਾ। ਇਹ ਜਿਹੜਾ ਪੰਜਾਬ ਦਾ ਕਿਸਾਨ ਹੈ,
ਉਹ ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ, ਕਿਉਂਕਿ ਜਦੋਂ 60ਵਿਆਂ 'ਚ ਸਾਡਾ ਦੇਸ਼ ਅਨਾਜ ਪਦਾਰਥਾਂ ਦੀ ਭਾਰੀ ਥੋੜ੍ਹੇ ਦਾ ਸਾਹਮਣਾ ਕਰ ਰਿਹਾ ਸੀ। ਜੀ, ਕੇਂਦਰ ਸਰਕਾਰ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ ਠੂਠਾ ਫੰਡ ਵਰਗੀ ਨੌਬਤ ਦਾ ਸਾਹਮਣਾ ਕਰ ਰਹੀ ਸੀ, ਤਾਂ ਜੀ, ਉਸ ਮੌਕੇ ਕੇਂਦਰ ਸਰਕਾਰ ਨੇ ਖੇਤੀਬਾੜੀ ਦੀ ਨਵੀਂ ਜੁਗਤ ਨੂੰ ਅਪਣਾਉਣ ਦਾ ਫੈਸਲਾ ਲਿਆ ਤੇ ਜੀ, ਪੰਜਾਬ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ ਦੇ ਛੋਟੇ ਪੇਂਡੂ ਕਾਰੀਗਰਾਂ ਤੇ ਇੱਥੋਂ ਦੇ ਕੁਦਰਤੀ ਅਮੀਰ ਸਾਧਨਾਂ, ਜਿਹ 'ਚ ਭੂਮੀ ਦੀ ਸਿਹਤ, ਧਰਤੀ ਹੇਠਲਾ ਪਾਣੀ ਤੇ ਆਬ-ਹਵਾ, ਉਹਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਪੰਜਾਬ 'ਚ ਸ਼ੁਰੂ ਕਰਨ ਦਾ ਫੈਸਲਾ ਕੀਤਾ। ਸੋ ਖੇਤੀਬਾੜੀ ਦੀ ਨਵੀਂ ਜੁਗਤ ਜਿਹੜੀ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਚਾਈ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ, ਉੱਲੀਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਇੱਕ ਪਲੰਦਾ ਸੀ, ਉਹ ਸਭ ਜੀ, ਤੋਂ ਪਹਿਲਾਂ ਪੰਜਾਬ 'ਚ ਅਪਣਾਇਆ ਗਿਆ। ਤੇ ਪਰ ਪੰਜਾਬ ਦੇ ਇਹ ਕਿਸਾਨਾਂ, ਖੇਤ ਮਜ਼ਦੂਰਾਂ ਤੇ ਪਿੰਡ ਛੋਟੇ ਘਰਾਂ ਦੀ ਹੱਡ ਭੰਨਵੀਂ ਮਿਹਨਤ ਤੇ ਇੱਥੋਂ ਦੇ ਕੁਦਰਤੀ ਸਾਧਨਾਂ ਦੀ ਬਹੁਤ ਤੇਜ਼ੀ ਨਾਲ ਲੋੜ ਤੋਂ ਵੀ ਵੱਧ ਵਰਤੋਂ ਨੇ ਜਿਹੜਾ ਕੇਂਦਰ ਸਰਕਾਰ ਦਾ ਠੂਠਾ ਫੰਡ ਵਰਗੀ ਨੌਬਤ ਸੀ, ਉਹ ਤੋਂ ਖਹਿੜਾ ਛਡਵਾਤਾ। ਕਿਉਂਕਿ ਪਹਿਲਾਂ ਅਸੀਂ PL 480 ਅਧੀਨ ਅਮਰੀਕਾ ਦੀ ਸ਼ਰਤਾਂ ਮੰਨ ਕੇ ਉਹਨਾਂ ਤੋਂ ਅਨਾਜ ਮੰਗਵਾਉਂਦੇ ਸੀ, ਪਰ ਜੀ, ਪੰਜਾਬ ਦੇ ਵਿੱਚ ਕਣਕ ਦੀ ਉਤਪਾਦਕਤਾ ਦੇ ਉਤਪਾਦਨ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਕਿ ਸਾਡਾ ਜਿਹੜਾ ਕੇਂਦਰ ਸਰਕਾਰ ਦਾ ਜਾਂ ਕੇਂਦਰੀ ਸੈਂਟਰਲ ਪੂਲ ਆਫ ਫੂਡ ਗ੍ਰੇਨ ਦੀਆਂ ਅਨਾਜ ਦੀਆਂ ਲੋੜਾਂ ਸੀ, ਉਹ ਇਹਨਾਂ ਨੇ ਪੂਰੀਆਂ ਕਰਤੀਆਂ। ਕੇਂਦਰ ਸਰਕਾਰ ਨੇ ਇਸ ਗੱਲ ਨੂੰ ਦੇਖਦੇ ਹੋਏ ਕਿ ਪੰਜਾਬ 'ਚ ਇਹ ਬਹੁਤ ਵੱਡੀ ਪ੍ਰਾਪਤੀ ਹੈ, ਇਹ 1973 ਤੋਂ ਇੱਕ ਹੋਰ ਖੇਤੀਬਾੜੀ ਫਸਲ ਜਿਹਨੂੰ ਅਸੀਂ ਝੋਨਾ ਕਹਿੰਦੇ ਹਾਂ, ਪੰਜਾਬ ਦੇ ਸਿਰ ਮੜ੍ਹਤੀ। ਪੰਜਾਬ ਦੇ ਸਿਰ ਮੜ੍ਹਨ ਦਾ ਭਾਵ ਹੈ ਕਿ ਜਿਹੜੀਆਂ ਘੱਟੋ ਘੱਟ ਸਮਰਥਨ ਕੀਮਤਾਂ ਨੇ, ਉਹ ਸਾਉਣੀ ਦੀਆਂ ਫਸਲਾਂ 'ਚ ਝੋਨੇ ਦੀਆਂ ਵੱਧ ਰਾਤੀਆਂ ਤੇ ਉਹਦੀ ਪ੍ਰੋਕਿਉਰਮੈਂਟ ਜਿਹੜੀ ਹੈਗੀ ਉਹ ਯਕੀਨੀ ਬਣਾਤੀ। ਜਿਹੜਾ ਆਪਾਂ ਕਹਿੰਦੇ ਹਾਂ ਕਿ ਪੰਜਾਬ ਦਾ ਕਿਸਾਨ ਮਜ਼ਦੂਰਾਂ ਤੋਂ ਕਰਵਾਉਂਦਾ ਹੈਗਾ, ਜਿਹੜੀ ਖੇਤੀਬਾੜੀ ਹੈ, ਜਿਸ ਤਰ੍ਹਾਂ ਦਾ ਸਾਨੂੰ ਇਹ ਪੈਕੇਜ ਮਿਲਿਆ ਹੈ, ਉਹਦੇ ਵਿੱਚ ਮਜ਼ਦੂਰਾਂ ਦੀ ਵੀ ਲੋੜ ਪਊ, ਉਹ 'ਚ ਮਸ਼ੀਨਰੀ ਦੀ ਵੀ ਲੋੜ ਪਊ। ਕਿਸਾਨ 24 ਘੰਟੇ ਔਨ ਕਾਲ ਹੁੰਦਾ ਹੈਗਾ। ਅੱਧੀ ਰਾਤ ਠੰਡ ਜ਼ਿਆਦਾ ਹੋਵੇ ਆ ਜਾਂਦਾ ਹੈ। ਇਹ ਪਹਿਰ ਦੇ ਤੜਕੇ ਮੀਂਹ ਜ਼ਿਆਦਾ ਹੋ ਜਾਵੇ, ਕਿਸਾਨ ਖੇਤ 'ਚ ਆ ਜਾਂਦਾ ਹੈ। 24 ਘੰਟੇ ਔਨ ਕਾਲ ਰਹਿੰਦਾ ਤੇ ਨਾਲ ਕੰਮ ਵੀ ਕਰਾਉਂਦਾ ਹੈਗਾ। ਬਹੁਤ ਘੱਟ ਕਿਸਾਨ ਨੇ ਜਿਹੜੇ ਇਕੱਲਾ ਸੁਪਰਵਿਜ਼ਨ ਦਾ ਕੰਮ ਕਰਦੇ ਨੇ ਤੇ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੇ ਜਿਹੜੇ ਆਪ ਵੀ ਹੱਡ ਉੱਥੇ ਹੀ ਘਸਾਉਂਦੇ ਨੇ ਜਿੱਥੇ ਮਜ਼ਦੂਰ ਨਾਲ ਲੱਗੇ ਹੁੰਦੇ ਨੇ। ਇਹਦਾ ਕਾਰਨ ਹੈ ਕਿ ਇਹਨਾਂ ਨੇ ਸੌਖੀ ਖੇਤੀ ਕਰਕੇ ਨਹੀਂ, ਮਜਬੂਰੀ ਵਾਲੀ ਖੇਤੀ, ਕਿ ਜਿਹੜੀ ਖੇਤੀਬਾੜੀ ਦੀ ਨਵੀਂ ਜੁਗ ਦਿੱਤੀ ਉਹ ਕਮਰਸ਼ੀਅਲ ਮੋਟ ਵਾਲੀ ਸੀ, ਨਫੇ ਵਾਲੀ ਸੀ। ਨਫੇ ਵਾਲੇ ਦੇ ਪਿੱਛੇ ਲਾ ਕੇ ਇਹ ਦੋਨੇ ਜਿਣਸਾਂ ਜਿਹੜੀਆਂ ਕਣਕ ਤੇ ਝੋਨਾ ਹੈ, ਇਹਦੀ ਹੁਣ ਤੱਕ ਮਿਨੀਮਮ ਸਪੋਰਟ ਪ੍ਰਾਈਸ ਵੀ ਫਿਕਸ ਹੁੰਦੀ ਆਈ ਹੈ, ਭਾਵੇਂ ਉਹਦੇ ਤੇ ਬਹੁਤ ਸਾਰੇ ਕਿੰਤੂ ਪ੍ਰੰਤੂ ਨੇ। ਨਾਲ ਇਹਦੀ ਜਿਹੜੀ ਪ੍ਰੋਕਿਉਰਮੈਂਟ ਹੈ ਮੰਡੀ ਚੋਂ, APMC ਮੰਡੀਆਂ ਕਰਕੇ ਉਹ ਵੀ ਸਰਟਨ ਰਹੀ ਹੈ। ਇਸ ਕਰਕੇ ਦੋਨੇ ਫਸਲਾਂ ਜੇ ਹੁਣ ਵੀ ਕਿਸਾਨ ਸੰਘਰਸ਼ 'ਚ ਇਹ ਫਸਲ ਦੀ ਮਿਨੀਮਮ ਸਪੋਰਟ ਪ੍ਰਾਈਸ ਮੰਗੀ ਜਾ ਰਹੀ ਹੈ ਤੇ APMC ਮੰਡੀਆਂ ਮੰਗੇ ਜਾ ਰਹੇ ਨੇ, ਉਹ ਮਜਬੂਰੀ 'ਚੋਂ ਨੇ। ਇਹ ਸਾਡੇ ਜਿਹੜੇ ਐਗਰੋ ਕਲਾਈਮੇਟਿਕ ਕੰਡੀਸ਼ਨਸ ਹੈ, ਉਹਨਾਂ ਨੂੰ ਸੂਟੇਬਲ ਤਾਂ ਸਾਡੀ ਫਸਲ ਹੀ ਨਹੀਂ ਹੈਗੀ, ਜਿਹਦੇ ਕਰਕੇ ਬਹੁਤੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ। ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਇਸ ਕਰਕੇ ਫਸਲ ਨੂੰ ਬੀਜਣ ਤੇ ਮਜਬੂਰ ਹੋ ਗਏ ਕਿਉਂਕਿ ਇਹ ਫਸਲ ਜਿਹੜੀ ਆ ਫਾਇਦੇ ਵਾਲੀ ਸੀਗੀ। ਪਰ ਕਿਸਾਨ ਤਾਂ ਇਹ ਕਹਿੰਦੇ ਨੇ ਕਿ ਸਾਡਾ ਤਾਂ ਨੁਕਸਾਨ ਹੋ ਰਿਹਾ ਲਗਾਤਾਰ, ਫਸਲ ਸਾਨੂੰ ਜਿਹੜੀ ਬੀਜੀ ਜਾ ਰਹੀ ਹੈ ਉਹਦੇ ਤੇ ਖਰਚੇ ਵੱਧ ਪੈ ਰਹੇ ਨੇ, ਜਿਹੜੇ ਉਹਦੇ ਤੇ ਖਾਦਾਂ ਵੱਧ ਪੈ ਰਹੀਆਂ ਨੇ, ਉਸੇ ਦੇ ਤੇ ਬੀਜਾਂ ਦੇ ਖਰਚਾ ਆ ਰਿਹਾ, ਬਿਜਾਈ ਤੇ ਖਰਚਾ ਆ ਰਿਹਾ, ਸਾਨੂੰ ਤਾਂ ਉਲਟਾ ਇਹਨਾਂ ਫਸਲਾਂ ਨੇ ਕਰਜ਼ਾਈ ਕਰਤਾ। ਇਹ ਕੁਲਵੰਤ ਸਿੰਘ ਜਿਹੜਾ ਤੁਸੀਂ ਸਟੇਟਮੈਂਟ ਦਿੰਦੇ ਹੋ, ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੋਰ ਹੈ, ਇਹ ਗੱਲ ਇਹ ਹੈਗੀ ਕਿ ਪੈਡੀ ਦੇ ਵਿੱਚ ਜਾਂ ਝੋਨੇ ਦੇ ਵਿੱਚ ਪ੍ਰੋਡਕਸ਼ਨ ਸਰਟਨਟੀ ਤਕਰੀਬਨ ਕਿੰਨਾ ਨਿਕਲਿਆ ਉਹ ਪਤਾ ਹੁੰਦਾ ਹੈਗਾ, ਕਿਸ ਭਾਅ ਵਿਕੂ ਉਹਦਾ ਪਤਾ ਹੈਗਾ ਤੇ ਕਿੰਨੇ ਪੈਸੇ ਆ ਜਾਣਗੇ ਉਹਦਾ ਪਤਾ ਹੈ। ਮੈਂ ਇਹ ਕਿਹਾ ਕਿ ਦੂਜੀਆਂ ਫਸਲਾਂ ਦੇ ਮੁਕਾਬਲੇ 'ਚ ਇਹਦੀ MSP ਜ਼ਿਆਦਾ ਰੱਖੀ। ਸਾਡੇ ਕੋਲ ਮੱਕੀ ਸੀ, ਕਪਾਹ, ਨਰਮਾ ਸੀ, ਉਹਦੇ ਮੁਕਾਬਲੇ ਜ਼ਿਆਦਾ ਰੱਖਤੀ ਤੇ ਉਹਦੀ ਪ੍ਰੋਕਿਉਰਮੈਂਟ ਅੱਜ ਵੀ ਨਹੀਂ ਹੈਗੀ ਮੰਡੀ ਚੋਂ। ਇਹ ਮੱਕੀ ਰੁਲਦੀ ਫਿਰੀ ਹੈ, ਨਰਮਾ ਵੀ ਰੁਲਿਆ ਹੈਗਾ। ਤੇ ਇਹਦਾ ਇਹ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਨਫੇ ਨਾਲ ਕੋਈ ਬਹੁਤ ਅੱਗੇ ਜਾ ਰਹੇ ਨੇ। ਜੇ ਨਫੇ ਨਾਲ ਅੱਗੇ ਜਾ ਰਹੇ ਹੁੰਦੇ 4 ਜੂਨ 2020 ਨੂੰ ਜਦੋਂ ਇਹ ਆਰਡੀਨੈਂਸ ਜਾਰੀ ਨਹੀਂ ਹੋਏ ਸੀ, ਤਾਂ ਕਿਸਾਨ ਕਿੱਥੇ ਸੀ, ਖੇਤ ਮਜ਼ਦੂਰ ਕਿੱਥੇ ਸੀ, ਪੇਂਡੂ ਛੋਟਾ ਕਾਰੀਗਰ ਸਾਡਾ ਕਿੱਥੇ ਸੀ। ਉਹ ਸੀ ਕਰਜ਼ੇ ਦੇ ਪਹਾੜ ਥੱਲੇ, ਘੋਰ ਗਰੀਬੀ 'ਚ ਖੁਦਕਸ਼ੀਆਂ ਕਰ ਰਿਹਾ ਸੀ ਜਾਂ ਦੁਰਕਾਰੇ ਤੇ ਉਜਾੜਿਆ ਜਾ ਰਿਹਾ ਸੀ, ਹੈ ਨਾ। ਜੀ, ਜੇ ਇਹਨਾਂ 'ਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਤਾਂ ਫਿਰ ਪੰਜਾਬ ਦਾ ਕਿਸਾਨ ਕਿਉਂ ਕਰਜ਼ੇ ਵੱਲ ਆਉਂਦਾ, ਕਿਉਂ ਗਰੀਬੀ ਵੱਲ ਆਉਂਦਾ, ਕਿਉਂ ਖੁਦਕਸ਼ੀਆਂ ਵੱਲ ਆਉਂਦਾ, ਹੈ ਨਾ। ਇਸ ਲਈ ਜਿਹੜੇ ਤਿੰਨੇ ਵਰਗ ਨੇ, ਤਿੰਨੇ ਵਰਗਾਂ ਦੀ ਹਾਲਤ ਤਾਂ ਬਹੁਤ ਜ਼ਿਆਦਾ ਮਾੜੀ ਹੈ। ਬਹੁਤ ਜ਼ਿਆਦਾ ਨਫੇ ਵਾਲੀ ਗੱਲ ਨਹੀਂ, ਮੁਕਾਬਲਤਨ ਘਾਟਾ ਘੱਟ ਹੈਗਾ। ਪਰ ਡਾਕਟਰ ਸਾਹਿਬ
ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਕਣਕ, ਝੋਨਾ ਨਾਲੇ ਤਾਂ ਕਹਿੰਦੇ ਨੇ ਵੀ ਫਸਲ ਦੇ ਵਿੱਚ ਨੁਕਸਾਨ ਹੈ, ਸਾਨੂੰ ਕਰਜ਼ਾਈ ਕਰਤਾ ਇਹਨਾਂ ਫਸਲਾਂ ਨੇ, ਪਾਣੀ ਜਿਹੜਾ ਉਹ ਖਤਮ ਹੋ ਗਿਆ, ਹਵਾ ਪ੍ਰਦੂਸ਼ਿਤ ਹੋ ਗਈ, ਹਰ ਚੀਜ਼ ਜਿਹੜੀ ਆ ਉਹ ਧਰਤੀ ਜਿਹੜੀ ਹੈ ਸਾਡੀ ਜਿਹੜੀ ਆ ਉਹ ਬੰਜਰ ਹੋਣ ਦੇ ਜਿਹੜੇ ਕੰਢੇ ਆ ਪਹੁੰਚੀ ਹੈ। ਪਰ ਹੂੰ, ਹੂੰ। ਇਹਦੇ ਬਾਵਜੂਦ ਵੀ ਕਣਕ ਤੇ ਝੋਨਾ ਲਗਾਤਾਰ ਬੀਜਿਆ ਜਾ ਰਿਹਾ, ਜਦਕਿ ਫਸਲਾਂ ਤਾਂ ਪ ਅ, ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਵੀ ਬੀਜੀਆਂ ਜਾਂਦੀਆਂ ਨੇ, ਉੱਥੇ ਕਣਕ, ਝੋਨਾ ਜੇ ਨਹੀਂ ਬੀਜਿਆ ਜਾ ਸਕਦਾ, ਉੱਥੇ ਜੇ ਬੀਜੀਆਂ ਜਾ ਸਕਦੀਆਂ ਦੂਜੀਆਂ ਫਸਲਾਂ, ਤਾਂ ਫਿਰ ਪੰਜਾਬ 'ਚ ਕਿਉਂ ਨਹੀਂ? ਤੇ ਕੁਲਵੰਤ ਸਿੰਘ ਜੀ, ਬਿਹਾਰ ਦੇ ਵਿੱਚ ਪਹਿਲੀ ਗੱਲ ਏਪੀਐਮਸੀ ਮੰਡੀਆਂ ਖਤਮ ਕੀਤੀਆਂ ਸੀ। ਕਿਹਾ ਗਿਆ ਸੀ ਕਿ ਨਿੱਜੀ ਮੰਡੀਆਂ ਇਹ ਕਿਸਾਨਾਂ ਨੂੰ ਮਾਲੋ-ਮਾਲ ਕਰ ਦੇਣਗੀਆਂ। ਫਿਰ ਜੇ ਇਹ ਗੱਲ ਸੱਚ ਹੁੰਦੀ ਤਾਂ ਬਿਹਾਰ ਦਾ ਕਿਸਾਨ ਪੰਜਾਬ, ਹਰਿਆਣੇ ਦੀ ਮੰਡੀਆਂ 'ਚ ਕਿਉਂ ਵੇਚਣ ਆਉਂਦਾ? ਅਤੇ ਦੂਜੀ ਗੱਲ, ਜੇ ਬਿਹਾਰ ਦੇ ਵਿੱਚ ਇੰਨੀ ਓ ਖੁਸ਼ਹਾਲੀ ਇਹਦੇ ਨਾਲ ਆਈ ਹੁੰਦੀ ਤਾਂ ਬਿਹਾਰ ਦੇ ਕਿਸਾਨ ਉੱਥੋਂ ਮਜ਼ਦੂਰੀ ਕਰਨ ਪੰਜਾਬ ਦੇ ਖੇਤਾਂ 'ਚ ਕਿਉਂ ਆਉਂਦੇ? ਇਹ ਗੱਲ ਤਾਂ ਇੱਥੇ ਹੈ ਕਿਤੇ ਕਿ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਨਫ਼ੇ ਵਾਲੇ ਪਾਸੇ ਵੱਲ ਨਹੀਂ ਜਾ ਰਹੇ। ਇਹ ਜਿਹੜਾ ਇਹ ਜਿਣਸਾਂ ਨੇ, ਇਹ ਕਿਹੜੀਆਂ ਜਿਣਸਾਂ ਕਿੱਥੇ ਬੀਜਣੀਆਂ ਨੇ, ਲਾਉਣੀਆਂ ਨੇ, ਇਹ ਤਾਂ ਸਾਡੀ ਮਿਨੀਮਮ ਸਪੋਰਟ ਪ੍ਰਾਈਸ ਪਾਲਿਸੀ, ਐਗਰੀਕਲਚਰ ਪ੍ਰਾਈਸ ਪਾਲਿਸੀ, ਪ੍ਰੋਕਿਊਰਮੈਂਟ ਸਣੇ ਉਹ ਡਿਟਰਮਨ ਕਰਦੀ ਹੈ, ਉਹ ਕੇਂਦਰ ਸਰਕਾਰ ਡਿਟਰਮਨ ਕਰਦੀ ਪਰ ਹੈ। ਡਾਕਟਰ ਸਾਹਿਬ ਆਪਾਂ ਸਿਰਫ ਫਸਲ ਜਿਹੜੀ ਹੈ ਉਹ ਜਿਹੜੀ ਬਿਜਾਈ ਹੈ ਉਹ ਸਿਰਫ ਪੰਜਾਬ ਤੇ ਬਿਹਾਰ 'ਚ ਨਹੀਂ ਹੁੰਦੀ, ਉਹ ਪੂਰੇ ਦੇਸ਼ ਦੇ ਵਿੱਚ ਕਈ ਸੂਬੇ ਨੇ, ਬਹੁਤ ਸਾਰੇ ਸੂਬੇ ਨੇ ਜਿੱਥੇ ਹੋਰਾਂ ਸੂਬਿਆਂ ਦੇ ਵਿੱਚ ਵੀ ਜਿਹੜੀਆਂ ਫਸਲਾਂ ਬੀਜੀਆਂ ਜਾ ਰਹੀਆਂ ਨੇ, ਹੋਰ ਫਸਲਾਂ ਬੀਜੀਆਂ ਜਾ ਰਹੀਆਂ ਨੇ। ਆਪਾਂ ਇੱਕ ਉਦਾਹਰਨ ਜਿਹੜੀ ਆ ਉਹ ਸਿਰਫ ਤੇ ਸਿਰਫ ਬਿਹਾਰ ਦੀ ਦੇਤੀ ਤੇ ਪੰਜਾਬ ਦੀ ਦੇਤੀ। ਪੰਜਾਬ ਦੇ ਵਿੱਚ ਕਣਕ ਤੇ ਝੋਨਾ ਬੀਜਿਆ ਜਾ ਰਿਹਾ ਹੈ, ਜਦ ਕਿ ਬਿਹਾਰ ਨੂੰ ਛੱਡ ਦਿੱਤੇ ਜਾਵੇ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਵੀ ਹੋਰ ਫਸਲਾਂ ਬੀਜੀਆਂ ਜਾ ਰਹੀਆਂ ਨੇ। ਫਿਰ ਪੰਜਾਬ ਤੇ ਆਪਾਂ ਹਰਿਆਣੇ ਦੀ ਸਿਰਫ ਬਿਹਾਰ ਦੀ ਉਦਾਹਰਨ ਹੀ ਕਿਉਂ ਦੇ ਰਹੇ ਹਾਂ? ਨਾ, ਬਿਹਾਰ ਦੀ ਕਿਉਂ ਤੇ ਆਪਾਂ ਆਲੇ-ਦੁਆਲੇ ਸ਼ੁਰੂ ਕਰ ਲੈਂਦੇ ਹਾਂ। ਆਪਣੇ ਜੀ, ਨਾਲ ਦਾ ਸੂਬਾ ਰਾਜਸਥਾਨ ਹੈਗਾ, ਜੀ, ਹੈ ਜੀ। ਇਹ ਰਾਜਸਥਾਨ ਕਿਸਾਨਾਂ, ਖੇਤ ਮਜ਼ਦੂਰਾਂ ਦੀ ਕਿੰਨੀ ਮਾੜੀ ਹਾਲਤ ਹੈ ਨਾ? ਜਿਹੜੇ ਸੂਬੇ 'ਚ ਹੁਣ ਭਾਰਤੀ ਜਨਤਾ ਪਾਰਟੀ ਦਾ ਰੂਲ ਹੈ, ਮੱਧ ਪ੍ਰਦੇਸ਼, ਉੱਥੇ ਉਹਨਾਂ ਦੀ ਕੀ ਹਾਲਤ ਹੈ? ਮਹਾਰਾਸ਼ਟਰ 'ਚ ਸ਼ਿਵ ਸੈਨਾ ਦਾ ਰੂਲ ਹੈ, ਉੱਥੇ ਕਿਸਾਨ ਖੁਦਕੁਸ਼ੀਆਂ ਕਿਉਂ ਜ਼ਿਆਦਾ ਕਰਦੇ ਨੇ, ਹੈ ਨਾ? ਤਾਮਿਲਨਾਡੂ ਵਗੈਰਾ ਤੇ ਵੀ ਨਹੀਂ, ਜਿਹੜੇ ਤਾਮਿਲਨਾਡੂ 'ਚ ਵੀ ਆਪਾਂ ਚੱਲਦੇ ਹਾਂ। ਮੈਂ ਤਾਂ ਕਿਹਾ ਤੁਸੀਂ ਕਿਹਾ ਸਿਰਫ਼ ਪੰਜਾਬ ਜੀ, ਤੇ ਹਰਿਆਣਾ ਦੀ ਗੱਲ ਕਰਦੇ ਜਾਂ ਪੰਜਾਬ ਤੇ ਬਿਹਾਰ ਦੀ ਗੱਲ ਕਰਦਾ। ਨਹੀਂ, ਜੀ, ਪੰਜਾਬ ਤੇ ਬਿਹਾਰ ਦੀ ਗੱਲ ਨਹੀਂ ਹੈਗੀ। ਇਹ ਪੂਰੇ ਦੇਸ਼ ਦੀ ਗੱਲ ਹੈ। ਪੂਰੇ ਦੇਸ਼ ਦੇ ਵਿੱਚ ਜਿਹੜਾ ਕੁਛ ਹੈਗਾ, ਇਹ ਕਿਸਾਨਾਂ ਨੂੰ ਹੁਣ ਤੁਹਾਨੂੰ ਮੈਂ ਹੋਰ ਗੱਲਾਂ ਦੱਸਦਾ। ਇਹ ਭਾਰਤ ਦੀ 50% ਦੇ ਕਰੀਬ ਆਬਾਦੀ ਖੇਤੀਬਾੜੀ ਤੇ ਨਿਰਭਰ ਹੈ। ਜੀ, ਉਹਨੂੰ ਰਾਸ਼ਟਰੀ ਆਮਦਨ 'ਚੋਂ 16% ਦੇ ਨਜ਼ਦੀਕ ਦਿੱਤਾ ਜਾਂਦਾ ਹੈਗਾ। ਜਾਂ ਜੀ, 50% ਲੋਕਾਂ ਨੂੰ ਆਪਾਂ ਰਾਸ਼ਟਰੀ ਆਮਦਨ 'ਚੋਂ 16% ਦੇਵਾਂਗੇ ਤਾਂ ਸੁਭਾਵਿਕ ਤੌਰ ਤੇ ਉਹ ਗਰੀਬੀ, ਕਰਜ਼ੇ ਤੇ ਖੁਦਕੁਸ਼ੀਆਂ ਵੱਲੋਂ ਆਉਣਗੇ, ਹੈ ਜੀ। ਤੇ ਇਸ ਲਈ ਜਿਹੜੀ ਕਿਸਾਨੀ ਹੈ, ਸਾਰੇ ਦੇਸ਼ 'ਚ ਮਾੜੀ ਹਾਲਤ ਆ ਉਹਦੀ। ਜਿਹੜੇ ਤਿੰਨੇ ਆਰਡੀਨੈਂਸ ਸੀ ਬਾਅਦ 'ਚ ਐਕਟ ਬਣੇ ਨੇ, ਜਿਹੜੇ ਇਹਨਾਂ ਦਾ ਵਿਰੋਧ ਹੈ ਸੁਭਾਵਿਕ ਤੌਰ ਤੇ ਪੰਜਾਬ ਤੋਂ ਸ਼ੁਰੂ ਹੋਇਆ। ਪੰਜਾਬ ਤੋਂ ਕਿਉਂ ਸ਼ੁਰੂ ਹੋਇਆ? ਪੰਜਾਬ ਇਤਿਹਾਸਕ ਤੌਰ ਤੇ ਉਹ ਸੂਬਾ ਹੈ, ਜਦੋਂ ਕੇਂਦਰ ਸਰਕਾਰ ਠੂਠਾ ਫੜਨ ਵਰਗੀ ਨੌਬਤ ਦਾ ਸਾਹਮਣਾ ਕਰਦੀ ਸੀ, ਉਹ ਠੂਠੇ ਤੋਂ ਖਹਿੜਾ ਪੰਜਾਬ ਨੇ ਛਡਾਇਆ ਸੀ। ਪੰਜਾਬ ਨੇ ਲੰਬੇ ਸਮੇਂ ਲਈ ਕਣਕ ਅਤੇ ਧਾਨ ਦੇ ਸੰਬੰਧ 'ਚ ਕੇਂਦਰੀ ਅਨਾਜ ਭੰਡਾਰ ਵਿੱਚ 50% ਯੋਗਦਾਨ ਪਾਇਆ। ਥੋੜੇ ਟਾਈਮ ਤੋਂ ਦੂਜੇ ਸੂਬਿਆਂ ਦੀ ਖੇਤੀਬਾੜੀ ਦਾ ਵਿਕਾਸ ਕਰਨ ਕਰਕੇ ਕੇਂਦਰ ਸਰਕਾਰ ਵੱਲੋਂ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਦੇਣ ਵਾਸਤੇ ਉਹਨਾਂ ਨੂੰ, ਉਹਦਾ ਹੁਣ ਵੀ ਸਾਡਾ ਜਿਹੜਾ ਯੋਗਦਾਨ ਹੈ ਸੈਂਟਰਲ ਪੂਲ ਆਫ ਫੂਡ ਗ੍ਰੇਨ 'ਚ, ਇਹਨਾਂ ਦੋਨਾਂ ਜਿਨਸਾਂ ਦੇ ਸੰਬੰਧ 'ਚ 32-33% ਹੈ, ਜਦੋਂ ਕਿ ਸਾਡਾ ਭੂਗੋਲਿਕ ਇਲਾਕਾ 1.54% ਹੈ। 1.5% ਸਾਡਾ ਇਲਾਕਾ ਹੈ, ਹਾਲੇ ਵੀ 32-33% ਅਸੀਂ ਦਿੰਦੇ ਹਾਂ। ਇਸ ਕਰਕੇ ਜਿਹੜਾ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਸੀ, ਉਹ ਕਿਸਾਨਾਂ ਦਾ ਸੀ। ਫਿਰ ਹੌਲੀ-ਹੌਲੀ ਪੂਰੇ ਦੇਸ਼ ਦਾ ਬਣਿਆ। ਹੁਣ ਤੇ ਇਹ ਹੈ ਕਿ ਇਹ ਅੰਦੋਲਨ ਜਿਹੜਾ ਹੈਗਾ ਇੰਨਾ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਚੱਲ ਰਿਹਾ ਹੈ, ਪੂਰੇ ਦੇਸ਼ ਦੇ ਵਿੱਚ ਜਨ ਅੰਦੋਲਨ ਬਣ ਗਿਆ। ਪੂਰੀ ਦੁਨੀਆ 'ਚੋਂ ਇਹਦੇ ਲਈ ਹਮਦਰਦੀ ਆ ਰਹੀ ਹੈ ਤੇ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਵੀ ਕੁਛ ਵੱਡੇ ਅਹੁਦਿਆਂ ਤੇ ਬੈਠੇ ਬੰਦੇ, ਜਿਸ ਤਰ੍ਹਾਂ ਮੇਘਾਲਿਆ ਦਾ ਗਵਰਨਰ ਨੇ, ਉਹਨਾਂ ਨੇ ਵੀ ਕਿਹਾ ਵੀ ਕਿਸਾਨਾਂ ਦੀ ਸਮੱਸਿਆਵਾਂ ਹੱਲ ਕਰੋ, ਨਹੀਂ ਤਾਂ ਇਹ ਨਾ ਭਾਰਤੀ ਜਨਤਾ ਪਾਰਟੀ ਲਈ, ਨਾ ਦੇਸ਼ ਲਈ, ਨਾ ਕਿਸਾਨਾਂ ਲਈ, ਕਿਸੇ ਲਈ ਵੀ ਭਲੇ ਵਾਲੀ ਗੱਲ ਨਹੀਂ ਹੋਊਗੀ। ਡਾਕਟਰ ਸਾਹਿਬ ਇੱਕ ਪਾਸੇ ਤਾਂ ਸਾਰਾ ਦੇਸ਼ ਜਿਹੜਾ ਉਹ ਕਿਸਾਨਾਂ ਨੂੰ ਅੰਨਦਾਤਾ ਕਹਿੰਦਾ। ਦੂਜੇ ਪਾਸੇ ਕਿਸਾਨ ਅੰਨਦਾਤਾ ਹੋਣ ਦੇ ਬਾਵਜੂਦ ਵੀ ਇੱਕ ਤਰਸਯੋਗ ਹਾਲਤ ਦੇ ਵਿੱਚ ਕਿਉਂ ਨੇ? ਉਹ ਕਿਉਂ ਨਹੀਂ ਆਪਣਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੁੰਦਾ, ਉਹਨਾਂ ਕਿਸਾਨਾਂ ਵੱਲੋਂ ਹੀ ਖੜਾ ਕਰ ਲਿੱਤਾ ਜਾਂਦਾ ਕਿ ਉਹਨਾਂ ਨੂੰ ਸਰਕਾਰਾਂ ਕਨੀ ਵੇਖਣਾ ਹੀ ਨਾ ਪਵੇ? ਤੁਸੀਂ ਪਹਿਲੀ ਗੱਲ ਇਹ ਦੇਖੋ ਕਿ ਜਿਹੜਾ ਅੰਨਦਾਤਾ ਵਾਲੀ ਗੱਲ ਹੈ, ਬਹੁਤੇ ਲੋਕਾਂ ਨੂੰ ਉਹਦੇ ਵੀ ਕਿੰਤੂ ਪ੍ਰੰਤੂ ਹੁੰਦਾ ਹੈ ਵੀ ਜੀ, ਕਾਹਦਾ ਅੰਨਦਾਤਾ। ਪਰ ਜੀ, ਇੱਕ ਇਕੋਨੋਮਿਸਟ ਹੈ ਜਿਹਦਾ ਨਾਂ ਅਸ਼ੋਕ ਗੁਲਾਟੀ ਹੈ, ਜੀ, ਉਹ ਹੁਣ ਸਰਕਾਰ ਦੀ ਬੋਲੀ ਬਹੁਤ ਜ਼ੋਰ ਲਾ ਕੇ ਬੋਲਦੇ ਨੇ ਤੇ ਲਗਾਤਾਰਤਾ 'ਚ ਬੋਲਦੇ ਨੇ। ਤੇ ਉਹ ਕਹਿੰਦੇ ਆ ਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਆਉਣਾ ਚਾਹੀਦਾ ਹੈ, ਇੱਧਰ ਆਉਣਾ ਚਾਹੀਦਾ, ਉੱਧਰ ਆਉਣਾ ਚਾਹੀਦਾ ਹੈ। ਤੇ ਸਾਲ ਡੇਢ ਸਾਲ ਪਹਿਲਾਂ
ਹੁਣ ਤਾਂ ਇੰਡੀਅਨ ਐਕਸਪ੍ਰੈਸ 'ਚ ਇੱਕ ਆਰਟੀਕਲ ਆਇਆ ਸੀ, ਉਹਨਾਂ ਨੇ ਇੱਕ ਸਟੱਡੀ ਕੋਟ ਕੀਤੀ ਸੀ OECD ਦੀ, ਜਿਹਦੇ ਵਿੱਚ 17 ਸਾਲਾਂ 'ਚ 45 ਲੱਖ ਕਰੋੜ ਰੁਪਏ ਦੇ ਲੁਪਤ ਇੰਪਲੀਸਿਟ ਟੈਕਸੇਸ਼ਨ ਕਿਸਾਨਾਂ ਤੇ ਲੱਗਿਆ। ਭਾਵ ਕਿਸਾਨਾਂ ਨੂੰ ਜਿੰਨਾ ਕਾਸਟ ਆਫ ਪ੍ਰੋਡਕਸ਼ਨ ਦੇ ਹਿਸਾਬ ਨਾਲ ਦੇਣਾ ਬਣਦਾ ਸੀ, ਓਨਾ ਨਹੀਂ ਦਿੱਤਾ ਗਿਆ। ਜੇ 45 ਲੱਖ ਕਰੋੜ ਰੁਪਇਆ ਕਿਸਾਨਾਂ ਦਾ ਸਰਕਾਰ ਵੱਲ ਪਿਆ ਹੈ, ਜਿਹੜਾ ਅੰਨਦਾਤਾ ਹੈ, ਜੇ ਉਹਨੂੰ ਉਹਦਾ ਬਣਦਾ ਹਿੱਸਾ ਦਿੱਤਾ ਜਾਵੇ, ਉਹ ਆਪ ਵੀ ਖੁਸ਼ ਹੋਊਗਾ, ਬਾਕੀ ਦੇਸ਼ ਨੂੰ ਵੀ ਖੁਸ਼ ਰੱਖੂਗਾ। ਪਰ ਜੇ ਅੰਨਦਾਤਾ ਦਾ ਗਲ ਘੁੱਟਾਂਗੇ, ਉਹਦੀ ਸੰਘੀ ਘੁੱਟਣ ਨਾਲ ਉਹਦਾ ਸਾਹ ਵੀ ਘੁੱਟੂਗਾ। ਪਰ ਇਹ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ, ਕੋਵਿਡ-19 ਨੇ ਸਾਨੂੰ ਚੰਗੇ ਚਿੱਟੇ ਦਿਨ ਵਾਂਗ ਸਪਸ਼ਟ ਕਰਤਾ ਹੈ ਕਿ ਸਾਡਾ ਕਾਰਾਂ, ਕੋਠੀਆਂ, ਮਹਿਲਾਂ, ਹਵਾਈ ਜਹਾਜ਼ਾਂ ਤੇ ਫੋਨਾਂ ਤੋਂ ਬਿਨਾਂ ਸਰ ਜੂਗਾ। ਸਾਡਾ ਰੋਟੀ ਬਿਨਾਂ ਨਹੀਂ ਸਰਨਾ। ਰੋਟੀ ਮਨੁੱਖਤਾ ਦੀ ਜੀਵਨ ਰੇਖਾ ਹੈ, ਰੋਟੀ ਸਾਨੂੰ ਖੇਤੀਬਾੜੀ ਨੇ ਦੇਣੀ ਹੈ। ਇਸ ਲਈ ਜਿਹੜੇ ਲੋਕ ਖੇਤੀਬਾੜੀ 'ਚ ਨਿਰਭਰ ਨੇ, ਕਿਸਾਨ ਨੇ, ਖੇਤ ਮਜ਼ਦੂਰ ਹੈ, ਪਿੰਡੂ ਛੋਟੇ ਕਾਰੀਗਰ ਹੈ, ਸਾਨੂੰ ਉਹਨਾਂ ਦੀ ਹਾਲਤ ਨੂੰ ਸੁਧਾਰਨਾ ਪਊਗਾ। ਉਹਨਾਂ ਦਾ ਬਣਦਾ ਹਿੱਸਾ ਰਾਸ਼ਟਰੀ ਆਮਦਨ 'ਚੋਂ ਸਾਨੂੰ ਉਹਨਾਂ ਨੂੰ ਦੇਣਾ ਪਊਗਾ। ਔਰ ਡਾਕਟਰ ਸਾਹਿਬ, ਸਰਕਾਰਾਂ ਜਿਹੜੀਆਂ ਨੇ ਉਹ ਪੈਸਾ ਕਿਸਾਨਾਂ ਦਾ, ਤੁਸੀਂ ਕਹਿ ਰਹੇ ਹੋ ਵੀ ਸਾਡਾ 45 ਲੱਖ ਕਰੋੜ ਰੁਪਈਆ ਜਿਹੜਾ ਉਹਨਾਂ ਦਾ ਦੱਬਿਆ ਹੋਇਆ, ਸਰਕਾਰਾਂ ਕਿਸਾਨਾਂ ਦਾ ਪੈਸਾ ਦੇ ਨਹੀਂ ਰਹੀਆਂ। ਕਿਸਾਨ ਲਗਾਤਾਰ ਕਣਕ ਝੋਨੇ ਦੇ ਉੱਤੇ ਨਿਰਭਰ ਨੇ ਤੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਤੇ ਇੱਕ ਹਾਲਤ ਇਹੋ ਜਿਹੀ ਬਣ ਜਾਣੀ ਹੈ ਵੀ ਜੇਕਰ ਦੋਨੇ ਪਾਰਟੀਆਂ ਅੜੀਆਂ ਰਹੀਆਂ ਤਾਂ ਪੰਜਾਬ ਜਿਹੜਾ ਉਹ ਬੰਜਰ ਹੋ ਜਾਏਗਾ। ਪੰਜਾਬ ਮੁੜ ਕੇ, ਪੰਜਾਬ ਦੇ ਵਿੱਚ ਲੋਕੀ ਰਹਿਣਾ ਪਸੰਦ ਨਹੀਂ ਕਰਨਗੇ। ਇਹ ਰੇੜਕਾ ਇਹ ਕਿੱਥੇ ਜਾ ਕੇ ਰੁਕੂ? ਦੇਖੋ, ਜਿਹੜੀ ਪਾਣੀ ਦੀ ਗੱਲ ਹੈ, ਪਾਣੀ ਜੀਵਨ ਲਈ ਅੰਮ੍ਰਿਤ ਹੈ ਬਿਲਕੁਲ। ਨਾ? ਇਹ ਗੁਰਬਾਣੀ ਦੇ ਵਿੱਚ ਵੀ ਜਿਹੜਾ ਹੈਗਾ ਇਹਦਾ ਬਿਲ- ਜ਼ਿਕਰ ਹੈ, ਬਿਲ- ਹੋਰ ਵੀ ਵੱਖ-ਵੱਖ ਥਾਵਾਂ ਤੋਂ। ਜੇ ਪਾਣੀ ਜੀਵਨ ਲਈ ਅੰਮ੍ਰਿਤ ਹੈ, ਸਾਨੂੰ ਪਾਣੀ ਬਾਰੇ ਸਰਕਾਰ, ਸਮਾਜ ਤੇ ਸਾਨੂੰ ਨਿੱਜੀ ਪੱਧਰ ਤੇ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਾਣੀ ਦੀ ਅਜਾਈਂ ਗਵਾਈ ਹੋਈ ਇੱਕ ਬੂੰਦ ਵੀ ਉਹ ਗੁਨਾਹ ਹੈ ਜਿਹੜਾ ਬਖਸ਼ਿਆ ਨਹੀਂ ਜਾ ਸਕਦਾ। ਪਰ ਬਿਲਕੁਲ। ਇਹ 'ਚ ਵੱਡੀ ਜ਼ਿੰਮੇਵਾਰੀ ਸਮਾਜ ਦੀ ਬਣਦੀ ਹੈ ਕਿ ਸਮਾਜ ਇਹਦੇ ਬਾਰੇ ਅਵੇਅਰ ਹੋਵੇ। ਜੇ ਕਿਸਾਨ ਗੱਲ ਕਰਦੇ ਸੁਣੀ ਜਾਵੇ ਤੇ ਉਹਨੂੰ ਪੂਰਾ ਕਰਨਾ ਹੈ। ਇਹ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ, ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਇਸ ਲਈ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਅੱਜ ਪੰਜਾਬ 32-33% ਸੈਂਟਰਲ ਪੂਲ ਆਫ ਫੂਡ ਗ੍ਰੇਨਸ ਨੂੰ ਕਣਕ ਤੇ ਚੌਲਾਂ ਦੇ ਸੰਬੰਧ 'ਚ ਕੰਟਰੀਬਿਊਟ ਕਰ ਰਿਹਾ ਹੈ। ਤੇ ਜੀ। ਜੇ ਇਸ ਤਰ੍ਹਾਂ ਹੀ ਪੰਜਾਬ, ਹਰਿਆਣਾ ਤੇ ਵੈਸਟਰਨ ਉੱਤਰ ਪ੍ਰਦੇਸ਼ ਨੂੰ ਤੰਗ ਕਰਦੇ ਰਹੇ, ਜਿਸ ਤਰ੍ਹਾਂ ਚੱਲ ਰਿਹਾ ਹੈ, ਫਿਰ ਕੱਲ ਨੂੰ ਅਨਾਜ ਕਿੱਥੋਂ ਮੰਗਵਾਵਾਂਗੇ? 60ਵਿਆਂ 'ਚ ਅਸੀਂ ਅਮਰੀਕਾ ਤੋਂ PL 480 ਅਧੀਨ ਉਹਦੀਆਂ ਸ਼ਰਤਾਂ ਮੰਨ ਕੇ ਅਨਾਜ ਮੰਗਵਾਇਆ ਸੀ। ਉਸ ਮੌਕੇ ਜਿਹੜੀ ਸਾਡੀ ਜਨਸੰਖਿਆ ਸੀ, ਕੁਲਵੰਤ ਸਿੰਘ ਜੀ, ਉਹ 44 ਕਰੋੜ ਤੋਂ ਘੱਟ ਸੀ, ਕਿਉਂਕਿ 44 ਕਰੋੜ ਸਾਡੀ ਜਨਸੰਖਿਆ ਹੁੰਦੀ 1971 'ਚ। 1971 ਤੱਕ ਦਾ ਅਸੀਂ ਆਪਦੀ ਸਮੱਸਿਆ ਹੱਲ ਕਰ ਲਈ ਸੀ। 44 ਕਰੋੜ ਤੋਂ ਘੱਟ ਸੀ, ਉਸ ਮੌਕੇ ਵੀ ਸਾਨੂੰ ਸ਼ਰਤਾਂ ਮੰਨਣੀਆਂ ਪਈਆਂ ਸੀ। ਅੱਜ ਤਾਂ ਜਿਹੜੀ ਆਪਣੀ ਆਬਾਦੀ ਹੈ ਉਹ 135 ਕਰੋੜ ਦੇ ਲਗਭਗ ਹੈ। ਹੁਣ ਅਸੀਂ ਅਨਾਜ ਕਿੱਥੋਂ ਮੰਗਾਵਾਂਗੇ? ਕੋਈ ਸਾਡਾ ਹੁਕਮਰਾਨ ਇਹ ਵੀ ਆਰਗੂਮੈਂਟ ਦੇ ਦਿੰਦਾ ਕਿ ਇੰਟਰਨੈਸ਼ਨਲ ਮਾਰਕੀਟ 'ਚ ਪ੍ਰਾਈਸਿਸ ਘੱਟ ਹੈ, ਪਰ ਉਹਨਾਂ ਦੀਆਂ ਅੱਖਾਂ ਤੇ ਇਹ ਪੜਦਾ ਪੈ ਜਾਂਦਾ, ਦਿਮਾਗ ਤੇ ਪੜਦਾ ਪੈ ਜਾਂਦਾ ਕਿ ਜਦ ਅਸੀਂ ਮੰਗਵਾਉਣਾ ਹੈ, ਜਿਹੜੀਆਂ ਉੱਥੇ ਕਾਰਪੋਰੇਸ਼ਨਾਂ ਨੇ ਜਦ ਐਕਸਪੋਰਟ ਕਰਨਗੀਆਂ, ਉਹ ਦੇਖਣਗੀਆਂ ਕਿ ਕਿੰਨੇ ਲੋਕਾਂ ਦੀ ਡਿਮਾਂਡ ਹੈ, ਕਿੰਨੀ ਕੁਆਂਟਿਟੀ ਦੀ ਡਿਮਾਂਡ ਹੈ, ਫਿਰ ਉਹਦੇ ਨਾਲ ਪ੍ਰਾਈਸ ਡਿਟਰਮਨ ਹੋਣੀ ਹੈ ਨਾ ਜੀ? ਫਿਰ ਅਸੀਂ ਕਿੱਥੋਂ ਮੰਗਾਵਾਂਗੇ? ਅਸੀਂ ਮੰਗਵਾ ਨਹੀਂ ਸਕਾਂਗੇ। ਤੇ ਸਾਡੇ ਕੋਲ ਦੁਨੀਆ ਦਾ ਇਤਿਹਾਸ ਦੱਸਦਾ ਹੈ ਕਿ ਦੁਨੀਆ ਦੇ ਹਾਈਲੀ ਡਿਵੈਲਪ ਕੰਟਰੀ, ਜਿੱਥੇ ਕਾਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਸਬਸਿਡੀ ਦੇ ਕੇ ਵੀ ਆਪਣੇ ਦੇਸ਼ਾਂ 'ਚ ਫੂਡ ਸਿਕਿਉਰਿਟੀ ਲਈ ਅਨਾਜ ਪੈਦਾ ਕਰਵਾਉਂਦੇ ਨੇ। ਜਾਪਾਨ ਦੀ ਉਦਾਹਰਨ ਲੈ ਲਓ, ਸਾਡੇ ਨਜ਼ਦੀਕ ਦਾ ਮੁਲਕ ਹੈ ਏਸ਼ੀਆ ਦਾ। ਜਾਪਾਨ 'ਚ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾਂਦੀ ਹੈ। ਕਿਉਂ ਦਿੱਤੀ ਜਾਂਦੀ ਹੈ? ਕਿ ਫੂਡ ਸਿਕਿਉਰਿਟੀ ਹੈਗੀ, ਕਦੇ ਕੋਈ ਵੱਡੀ ਲੜਾਈ ਲੱਗ ਗਈ ਜਾਂ ਵੱਡੀ ਵਿਪਤਾ ਆ ਗਈ, ਇਹ ਤਾਂ ਕਿ ਹੋਊਗਾ। ਹੁਣ ਕੋਵਿਡ-19 ਕਰਕੇ ਅਨਾਜ ਦੀ ਲੋੜ ਪੈ ਗਈ ਸੀ। ਸਾਡੇ ਕੋਲ APMC ਮੰਡੀਆਂ ਸੀ, ਉਹਦਾ ਰਿਕਾਰਡ ਸੀ, ਸਰਕਾਰੀ ਗੋਦਾਮਾਂ 'ਚ ਪਿਆ ਸੀ। ਤਾਂ ਸਰਕਾਰ ਨੇ ਉਹਦੇ ਵਿੱਚੋਂ ਕੁਛ ਰਿਲੀਫ ਉਹਨਾਂ ਨੂੰ ਦਾਣਿਆਂ ਦੇ ਰੂਪ ਵਿੱਚ ਲੋਕਾਂ ਨੂੰ ਦਿੱਤੀ। ਜੇ ਅਸੀਂ ਖੇਤੀਬਾੜੀ ਨੂੰ ਪਿੱਛੇ ਧੱਕ ਲਾਂਗੇ ਤਾਂ ਬਾਹਰੋਂ ਕਿੱਥੋਂ ਲਿਆਵਾਂਗੇ? ਫਿਰ ਤਾਂ ਸਾਨੂੰ ਮਿਲਣਾ ਨਹੀਂ ਹੈਗਾ। ਉਹ 1960 ਦਾ ਤਜਰਬਾ ਸਾਡੇ ਸਾਹਮਣੇ ਹੈ। ਔਰ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਕੇਂਦਰ ਸਰਕਾਰ ਜਿਹੜੇ ਨੇ ਉਹ ਇਹਨਾਂ ਮਸਲਿਆਂ ਦਾ ਹੱਲ ਕਰੇ। ਪਰ ਮਾਫ਼ ਕਰਨਾ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਵੀ ਮੈਨੂੰ ਦਰੁਸਤ ਕਰ ਸਕਦੇ ਹੋ ਕਿ ਜਿਹੜਾ ਸਰਕਾਰਾਂ ਉਹ ਚੁਣਦੀਆਂ ਨੇ, ਉਹ ਜਨਤਾ ਚੁਣਦੀ ਹੈ ਤੇ 80% ਜਿਹੜੀ ਆ ਸਾਡੀ ਆਬਾਦੀ ਜਿਹੜੀ ਆ ਉਹ ਪਿੰਡਾਂ 'ਚ ਬੈਠੀ ਹੈ, ਕਿਸਾਨੀ ਨਾਲ ਜੁੜੀ ਹੋਈ ਹੈ। ਤੇ ਫਿਰ ਕਿਉਂ ਨਹੀਂ ਅਜਿਹੀ ਜਿਹੜੀਆਂ ਸਰਕਾਰਾਂ ਨੂੰ ਅੱਗੇ ਲੈ ਕੇ ਉਹ ਪਾਰਟੀਆਂ ਨੂੰ ਅੱਗੇ ਲੈ ਕੇ ਆਇਆ ਜਾਂਦਾ, ਅਜਿਹੇ ਲੋਕ ਚੁਣ ਕੇ ਲੈ ਕੇ ਆਉਂਦੇ ਜਿਹੜੀ ਕਿਸਾਨੀ ਦਾ ਇਹ ਮਸਲਾ ਹੱਲ ਕਰਨ। ਸਰਕਾਰਾਂ, ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਚੁਣ ਕੇ ਵੀ ਤਾਂ ਕਿਸਾਨ ਹੀ ਅੱਗੇ ਲੈ ਕੇ ਆ ਰਹੇ ਨੇ। ਕੁਲਵੰਤ ਸਿੰਘ ਜੀ, ਗੱਲ ਇਹ ਹੈ, ਜਦੋਂ 1947 ਤੋਂ ਪਹਿਲਾਂ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ, ਭਗਤ ਸਿੰਘ, ਉਹਨਾਂ ਦੇ ਸਾਥੀ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ। ਉਹਨਾਂ ਜੀ। ਨੇ ਕੀ ਸੋਚਿਆ ਸੀ? ਉਹ ਆਜ਼ਾਦ ਭਾਰਤ, ਜਿਹਦੇ ਵਿੱਚ ਹਰੇਕ ਬੰਦਾ ਸੁੱਖ ਦਾ ਸਾਹ ਲਊਗਾ। ਪਰ ਬਿਲਕੁਲ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਲੰਬੇ ਟਾਈਮ ਤੋਂ
ਖਾਸ ਕਰਕੇ 1991 ਤੋਂ ਹੁਣ ਤੱਕ, ਕੁਛ ਪਹਿਲਾਂ ਵੀ, ਇਹ ਸਾਡੀਆਂ ਰਾਜਸੀ ਪਾਰਟੀਆਂ ਵਾਅਦੇ, ਦਾਅਵੇ ਤੇ ਮੁੜ ਕੇ ਨਵੇਂ ਵਾਅਦੇ, ਹੈ ਜੀ, ਇਸ ਗੇਮ 'ਚ ਚੱਲਦੀਆਂ ਆਈਆਂ ਨੇ। ਪਰ ਹੁਣ ਸਮੱਸਿਆ ਰਾਜਸੀ ਪਾਰਟੀਆਂ ਜ਼ਰੂਰ ਆ ਗਈ ਹੈ ਕਿ ਜਿਹੜਾ ਕਿਸਾਨ ਸੰਘਰਸ਼ ਚੱਲਿਆ ਸੀ, ਜਿਹੜਾ ਹੁਣ ਜਨ ਅੰਦੋਲਨ ਬਣਿਆ ਹੈ, ਉਹਦੇ ਵਿੱਚ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ ਨੇ। ਤੁਸੀਂ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦਾ ਲੇਟੈਸਟ ਪੜ੍ਹੋ, ਤੁਹਾਨੂੰ ਪਤਾ ਲੱਗੂ। ਜਾਂ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ, ਉਹਨਾਂ ਦੀ ਜਵਾਬਦੇਹੀ ਹੁੰਦੀ ਹੈ, ਉਹਨਾਂ ਨੂੰ ਜਵਾਬ ਦੇਣੇ ਪੈ ਰਹੇ ਨੇ, ਜਾਂ ਪਿੰਡਾਂ 'ਚ ਉਹਦਾ ਵੰਡਣਾ ਬੰਦ ਕੀਤਾ ਪਿਆ ਲੋਕਾਂ ਨੇ। ਕਿਉਂ ਕੀਤਾ ਹੈ? ਕਿ ਤੁਸੀਂ ਸਾਡੇ ਲਈ ਕੀ ਕੀਤਾ ਹੈਗਾ? ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ, ਵਾਅਦੇ ਤੋਂ ਭੱਜਦੇ ਕਿਉਂ? ਇਸ ਲਈ ਜਦੋਂ ਤੱਕ ਇਸ ਤਰ੍ਹਾਂ ਦੇ ਗਲਤ ਵਾਅਦੇ ਕੀਤੇ ਜਾਣਗੇ, ਇਹਨਾਂ ਵਾਅਦੇ ਠੀਕ ਕੀਤੇ ਜਾਣਗੇ, ਗਲਤ ਦਾਅਵੇ ਕੀਤੇ ਜਾਣਗੇ ਤੇ ਮੁੜ ਕੇ ਨਵੇਂ ਵਾਅਦੇ ਠੋਕੇ ਜਾਣਗੇ। ਹੁਣ ਲੋਕਾਂ ਦੇ ਜਾਗਰੂਕ ਹੋਣ ਨਾਲ ਮੈਨੂੰ ਲੱਗਦਾ ਕਿ ਉਹ ਗੱਲ ਲੰਬੇ ਟਾਈਮ ਲਈ, ਜਿਹੜੀ ਅਸੀਂ ਕਹਿੰਦੇ ਸੀ ਰਿਲੀਜਨ ਦੀ, ਰੀਜਨ ਦੀ, ਕਾਸਟ ਦੀ, ਜਾਂ ਹੋਰ ਸਬ ਕਾਸਟ ਦੇ ਬੇਸ ਬਣਾ ਕੇ ਚੋਣਾਂ ਲੜਨੀਆਂ ਨੇ, ਉਹ ਸ਼ਾਇਦ ਮੇਰੇ ਖਿਆਲ ਨਾਲ ਨਹੀਂ ਚੱਲਣਗੀਆਂ। ਇਹ ਸਭ ਤੋਂ ਵੱਡਾ ਧਰਮ ਢਿੱਡ ਦਾ ਹੁੰਦਾ ਹੈ। ਢਿੱਡ ਲਈ ਰੋਟੀ ਚਾਹੀਦੀ ਹੈ, ਤੇ ਲੋਕਾਂ ਦੀਆਂ ਜੇ ਰੋਟੀ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ, ਤਾਂ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਤੇ ਸਮਾਜਿਕ ਸੁਰੱਖਿਆ। ਸਾਡੀ 7 ਲੋੜਾਂ ਨੇ, ਉਹ ਸੱਤੇ ਇੱਜ਼ਤ ਨਾਲ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਹਾਲੇ ਤਾਂ ਸਾਡੀ ਰੋਟੀ ਦੀ ਲੋੜ ਹੀ ਨਹੀਂ ਪੂਰੀ ਹੋ ਰਹੀ, ਤਾਂ ਲੋਕਾਂ ਦੇ ਸਵਾਲ ਪੁੱਛਣੇ ਸ਼ੁਰੂ ਕਰਤੇ, ਤੇ ਰਾਜਸੀ ਲੋਕਾਂ ਨੂੰ ਵੀ ਇਹਦੀ ਵਿਰਸਾ ਪਈ ਹੈ। ਉਹ ਤੁਸੀਂ ਜਿੰਨਾ ਸਿਨੈਰੀਓ ਚੱਲਦਾ, ਤੁਸੀਂ ਜਰਨਲਿਸਟ ਹੋ, ਉਹ ਤੁਹਾਡੇ ਸਾਹਮਣੇ ਹੈਗਾ। ਤੇ ਡਾਕਟਰ ਸਾਹਿਬ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਜਿਹੜੇ ਕਿਸਾਨ ਜਾਗਰੂਕ ਹੋ ਰਹੇ ਨੇ, ਕਿਸਾਨ ਸਵਾਲ ਕਰ ਰਹੇ ਨੇ, ਸਿਆਸਤਦਾਨਾਂ ਦਾ ਜਿਹੜਾ ਉਹ ਜੀਣਾ ਹਰਾਮ ਹੋ ਗਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਮਾਜ ਦੇ ਵਿੱਚ ਸਮੱਸਿਆਵਾਂ ਫੈਲੀਆਂ ਹੋਈਆਂ ਨੇ, ਪਾਣੀ, ਧਰਤੀ ਦੇ ਹੇਠਲਾ ਜਿਹੜਾ ਪਾਣੀ ਹੈ, ਕਿਸਾਨੀ ਮਸਲੇ ਨੇ, ਹੋਰ ਜਿਹੜੀਆਂ 7 ਲੋੜਾਂ ਤੁਸੀਂ ਪੂਰੀਆਂ ਕਰਨ ਦੀ ਗੱਲ ਕਰ ਰਹੇ ਹੋ, ਉਹ ਜਲਦ ਜਿਹੜਾ ਉਹਦਾ ਹੱਲ ਹੁੰਦਾ ਨਜ਼ਰ ਆ ਰਿਹਾ ਫਿਰ? ਮੈਨੂੰ ਕੁਲਵੰਤ ਸਿੰਘ ਜੀ ਇਹ ਲੱਗਦਾ ਹੈ ਕਿ ਅਕਸਰ ਮੈਂ ਆਪਦੀ ਕਿਤੇ ਡਿਸਕਸ਼ਨ 'ਚ, ਜਿੱਥੇ ਮੈਂ ਪਾਰਟਿਸਿਪੇਟ ਕਰਦਾ ਸੀ ਜਾਂ ਜਿੱਥੇ ਕੋਈ ਮੈਂ ਲੈਕਚਰ ਦਿੰਦਾ ਸੀ, ਮੈਂ ਲੌਂਗ ਕਿਸਾਨ ਮਾਰਚ ਦੀ ਗੱਲ ਕਰਦਾ ਹੁੰਦਾ ਸੀ। ਉਹ ਸੀ ਨਾਸਿਕ ਤੋਂ ਲੈ ਕੇ ਮੁੰਬਈ ਤੱਕ 180 ਕਿਲੋਮੀਟਰ ਦਾ। ਜੀ, ਜੀ। ਜਿਹ 'ਚ ਜਦ ਉੱਥੋਂ ਦੇ ਕਿਸਾਨਾਂ ਨੇ 180 ਕਿਲੋਮੀਟਰ ਤੁਰੇ ਸੀ, ਦਿਨ ਦੇ ਟਾਈਮ ਬੱਚਿਆਂ ਦੇ ਪੇਪਰ ਚੱਲ ਰਹੇ ਸੀ, ਉਹ ਸੌਂ ਜਾਂਦੇ ਸੀ, ਰਾਤ ਨੂੰ ਚੱਲਦੇ ਸੀ। ਪਰ ਜਦੋਂ ਉਹ ਆਪਦਾ ਮਾਰਚ ਪੂਰਾ ਕਰਕੇ ਮੁੰਬਈ ਆਏ ਸੀ, ਲੋਕ ਉਹਨਾਂ ਦੇ ਪੈਰਾਂ ਦੇ ਸਿਰ ਰੱਖ ਰਹੇ ਸੀ, ਉਹਨਾਂ ਦੇ ਪੈਰਾਂ ਦੇ ਜ਼ਖਮਾਂ ਨੂੰ ਸਾਫ਼ ਕਰ ਰਹੇ ਸੀ, ਉਹਨਾਂ ਨੂੰ ਅੰਨ ਪਾਣੀ ਦੇ ਤੇ ਪ੍ਰੈਸ 'ਚ ਜਾ ਕੇ ਸਟੇਟਮੈਂਟ ਦੇ ਰਹੇ ਸੀ। ਪਰ ਜੀ। ਹੁਣ ਵਾਲਾ ਜਿਹੜਾ ਕਿਸਾਨ ਸੰਘਰਸ਼ ਹੈ, ਇਹ 180 ਕਿਲੋਮੀਟਰ ਦਾ ਨਹੀਂ, ਇਹ ਤਾਂ ਲਗਭਗ ਪੂਰੇ ਦੇਸ਼ ਦਾ ਹੈਗਾ। ਕਿਸਾਨ ਸੰਘਰਸ਼ ਨੂੰ ਵੀ ਜਨ ਅੰਦੋਲਨ ਹੈਗਾ। ਮੈਨੂੰ ਇਹ ਤੋਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਚੱਲੇ ਹੋਏ ਨੇ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ, ਜਿਵੇਂ ਇਹਨੂੰ ਅੱਗੇ ਲਿਜਾਣਗੇ, ਉਹਦੇ ਵਿੱਚੋਂ ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ। ਜਿਹੜਾ ਸਾਡਾ ਆਰਥਿਕ ਪ੍ਰਦੂਸ਼ਣ ਹੈ, ਸਾਡਾ ਪ੍ਰੋ ਕਾਰਪੋਰੇਟ ਇਕਨੋਮਿਕ ਮਾਡਲ ਹੈ, ਉਹਨੂੰ ਅਸੀਂ ਪ੍ਰੋ ਪੀਪਲ ਤੇ ਪ੍ਰੋ ਨੇਚਰ ਬਣਾਉਣਾ ਪਊਗਾ। ਤੇ ਜਿਹੜਾ ਸਾਡਾ ਸਮਾਜਿਕ ਸੱਭਿਆਚਾਰਕ ਪ੍ਰਦੂਸ਼ਣ ਹੈ, ਉਹ ਤਾਂ ਇਹਨਾਂ ਨੇ ਆਪੇ ਠੀਕ ਕਰ ਲਿਆ ਕਿਸਾਨ ਸੰਘਰਸ਼ ਨੇ, ਕਿ ਇੱਕ ਦੂਜੇ ਨਾਲ ਸਹਿਯੋਗਤਾ, ਇੱਕ ਦੂਜੇ ਨਾਲ ਸਾਂਝੀਵਾਲਤਾ ਵੱਲ ਆ ਰਹੇ ਨੇ। ਤੇ ਨਾਲ ਜਿਹੜਾ ਰਾਜਸੀ ਪ੍ਰਦੂਸ਼ਣ ਹੈ, ਜਿਹੜੇ ਲੋਕ ਇਕੱਲੇ ਵਾਅਦੇ ਦਾਅਵੇ ਤੇ ਨਵੇਂ ਵਾਅਦੇ ਆ, ਉਹ ਮੇਰੇ ਖਿਆਲ ਨਾਲ ਬਾਹਰ ਹੋਣਗੇ। ਤੇ ਜਿਹੜਾ ਸਾਡੇ ਵਾਲਾ ਪਾਸੇ ਹੈਗਾ, ਬੜੀਆਂ ਬੜੀਆਂ ਡਿਗਰੀਆਂ ਵਾਲੇ ਆਪਣੇ ਆਪ ਨੂੰ ਬੁੱਧੀਜੀਵੀ ਕਹੀ ਜਾ ਰਿਹਾ, ਜਿਹੜਾ ਬੌਧਿਕ ਪ੍ਰਦੂਸ਼ਣ ਹੈ, 2+2 ਨੂੰ 3 ਜਾਂ 5 ਜਾਂ 5 ਟ੍ਰਿਲੀਅਨ ਵੀ ਕਰ ਦਿੰਦੇ ਨੇ, ਉਹ ਬੌਧਿਕ ਪ੍ਰਦੂਸ਼ਣ ਦੇ ਵੀ ਨੱਥ ਪੈਂਦੀ ਮੈਨੂੰ ਤਾਂ ਨਜ਼ਰ ਆ ਰਹੀ ਹੈਗੀ। ਤੇ ਕੁੱਲ ਮਿਲਾ ਕੇ ਮੈਂ ਇੱਕ ਜੇ ਆਖਰੀ ਕੋਈ ਗੱਲ ਨੇ ਨਾ ਕਹੀ ਤਾਂ ਮੈਨੂੰ ਲੱਗਦਾ ਆਪਣੀ ਇਹ ਗੱਲਬਾਤ ਅਧੂਰੀ ਰਹਿ ਜਾਣੀ ਹੈ। ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਆਪਣਾ ਕਿਸੇ ਨਾ ਕਿਸੇ ਪਾਸੇ ਹੱਥ ਛੱਡਣਾ ਪੈਣਾ, ਜਿਵੇਂ ਪਰਾਲੀ ਨੂੰ ਅੱਗ ਲਾਣੀ ਹੈ, ਸਾਡਾ ਤਾਂ ਅਸੀਂ ਕੀ ਕਰੀਏ ਜੀ, ਸਾਡੇ ਕੋਲ ਤਾਂ ਜਿਹੜਾ ਕੋਈ ਨਾ ਮਸ਼ੀਨਰੀ ਹੈ ਨਾ ਕੁਛ ਹੈ। ਇਹ ਪ੍ਰਦੂਸ਼ਣ ਜਿਹੜਾ ਲਗਾਤਾਰ ਜਿਹੜਾ ਹੋ ਰਿਹਾ, ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਆਪਣੀ ਹੱਥ ਛੱਡਣੀ ਪੈਣੀ ਹੈ, ਵੀ ਸਮਾਜ ਦੇ ਭਲੇ ਵਾਸਤੇ ਸੋਚਣਾ ਹੀ ਪੈਣਾ। ਚਲੋ ਤੁਹਾਡਾ ਆਖਰੀ ਸਵਾਲ ਮੈਂ ਇਸ ਤਰ੍ਹਾਂ ਲੈ ਲੈਂਦਾ ਕਿ ਇਹ ਸਮੱਸਿਆ ਹੱਲ ਕਿਵੇਂ ਹੋਵੇ, ਜੀ, ਹੈ ਨਾ ਜੀ? ਜੀ, ਜੇ ਪਾਣੀ ਦੀ ਧਰਤੀ ਵਾਲੇ ਪਾਣੀ ਦੀ ਸਮੱਸਿਆ ਹੈ, ਜਿਹੜੇ ਸਾਡੇ ਐਗਰੋ ਕਲਾਈਮੇਟਿਕ ਜ਼ੋਨਸ ਬਣਦੇ ਨੇ, ਜਿੱਥੇ ਜੀ, ਕੁਦਰਤੀ ਤੌਰ ਤੇ ਫਸਲਾਂ ਚੰਗੀਆਂ ਹੋ ਸਕਦੀਆਂ ਨੇ, ਉੱਥੇ ਉਹ ਫਸਲਾਂ ਬਿਜਵਾਈਆਂ ਜਾਂ ਲਵਾਈਆਂ ਜਾਣ, ਤੇ ਉੱਥੇ ਉਹਦੇ ਮਿਨੀਮਮ ਸਪੋਰਟ ਪ੍ਰਾਈਸ ਰੈਮੂਨਰੇਟਿਵ ਹੋਵੇ, ਨਫੇ ਵਾਲੀ ਹੋਵੇ, ਤੇ ਉੱਥੋਂ ਪ੍ਰੋਕਿਉਰਮੈਂਟ ਸਾਰਟਨ ਹੋਵੇ। ਤੇ ਜੇ ਧਾਨ ਦੀ ਫਸਲ ਸਾਡੀ ਹੈ ਹੀ ਨਹੀਂ, ਧਾਨ ਦੀ ਫਸਲ ਤਾਂ ਸਾਡੀ ਟ੍ਰੈਡੀਸ਼ਨਲ ਬਾਸਮਤੀ ਸੀ, ਜਿਹੜੀ ਸ਼ਿਵਾਲਿਕ ਫੁਟਹਿੱਲ ਦਾ ਏਰੀਆ ਹੈਗਾ, ਉਹ ਜੀ, ਦੁਨੀਆ 'ਚ ਸਭ ਤੋਂ ਵਧੀਆ ਹੈਗੀ। ਤੇ ਪਰ ਉਸ ਤੋਂ ਬਿਨਾਂ ਜਿੱਥੇ ਧਾਨ ਦੀ ਇੱਕੋ ਫਸਲ ਲਈ ਜਾਂਦੇ ਜ਼ਿਆਦਾ ਪਾਣੀ ਵਾਲੇ ਇਲਾਕੇ 'ਚ, ਜਦੋਂ ਉੱਥੋਂ ਧਾਨ ਲਿਆ ਜਾਊਗਾ, ਤੇ ਜਿਹੜੇ ਪਰਾਲੀ ਰਹੂਗੀ, ਉਹ ਆਪਣੇ ਆਪ ਹੀ ਗਲ ਕੇ ਧਰਤੀ ਦੇ ਵਿੱਚ ਰਲ ਜਾਊ, ਨਾਲੇ ਧਰਤੀ ਦੀ ਸਿਹਤ ਠੀਕ ਹੋ ਜਾਊਗੀ। ਜਿਹੜਾ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਹੋ,
ਇਹ ਜਦੋਂ ਧਾਨ ਦੀ ਪਰਾਲੀ ਨੂੰ ਪੰਜਾਬ, ਹਰਿਆਣਾ ਜਾਂ ਵੈਸਟਰਨ ਉੱਤਰ ਪ੍ਰਦੇਸ਼ 'ਚ ਅੱਗ ਲੱਗਦੀ ਹੈ, ਤਾਂ ਸਭ ਤੋਂ ਪਹਿਲਾਂ ਧੂੰਆਂ ਉਹਨਾਂ ਦੀਆਂ ਅੱਖਾਂ ਨੂੰ, ਉਹਨਾਂ ਦੇ ਸਰੀਰ ਨੂੰ, ਇੱਥੋਂ ਤੱਕ ਕਿ ਉਹਨਾਂ ਦੀ ਆਪਦੀ ਜ਼ਿੰਦਗੀ ਨੂੰ ਵੀ ਖਰਾਬ ਕਰ ਰਿਹਾ ਹੁੰਦਾ ਹੈ। ਕਈ ਵਾਰੀ ਉਹਦੇ ਜਾਨ ਮਾਲ ਦੀ ਨੁਕਸਾਨ ਵੀ ਹੁੰਦਾ ਹੈਗਾ ਇਸ ਅੱਗ ਦੇ ਵਿੱਚ। ਬਾਅਦ ਦੇ ਵਿੱਚ ਜਾ ਕੇ ਦਿੱਲੀ ਵਾਲਿਆਂ ਕੋਲ ਜਾਂਦਾ, ਜਿੱਥੇ ਰੌਲਾ ਜ਼ਿਆਦਾ ਪੈਂਦਾ ਹੈਗਾ, ਸਿਰਫ 15 ਕੁ ਦਿਨ ਲਈ। ਪਰ ਸਾਰਾ ਸਾਲ ਦਿੱਲੀ ਦਾ ਧੂੰਆਂ ਉੱਥੋਂ ਦੇ ਮੋਟਰ ਵਹੀਕਲ ਕਰਕੇ, ਉੱਥੋਂ ਦੀ ਇੰਡਸਟਰੀ ਕਰਕੇ, ਉੱਥੋਂ ਦੇ ਥਰਮਲ ਪਲਾਂਟਸ ਕਰਕੇ, ਕੂੜੇ ਦੇ ਢੇਰਾਂ ਕਰਕੇ ਚੱਲਦਾ ਹੈਗਾ। ਇਸ ਲਈ ਮੈਂ ਪਰਾਲੀ ਨੂੰ ਅੱਗ ਲਾਉਣ ਦੇ ਹੱਕ 'ਚ ਨਹੀਂ, ਮੈਂ ਤਾਂ ਇਸ ਹੱਕ 'ਚ ਹਾਂ ਕਿ ਹਰੇਕ ਐਗਰੋ ਕਲਾਈਮੈਟਿਕ ਜ਼ੋਨ 'ਚ ਉਹ ਫਸਲਾਂ ਦਿਓ ਜਿਹੜੇ ਉੱਥੇ ਕੁਦਰਤੀ ਤੌਰ ਤੇ ਠੀਕ ਹੋਣ, ਤੇ ਉਹਨਾਂ ਨੂੰ ਠੀਕ ਤਰੀਕੇ ਨਾਲ ਕਿਉਂਟਿਆ ਜਾਵੇ। ਜਿਹੜਾ ਕਿਸਾਨ ਹੈ, ਕਿਸਾਨ ਹੁਣ ਜਿੱਥੇ ਕਿਸਾਨ ਸੰਘਰਸ਼ ਹੈ, ਉਹ ਤਾਂ ਉਹਦੀ ਸਫਾਈ ਇੰਨੀ ਰੱਖ ਰਹੇ ਨੇ ਕਿ ਉਹਦੀ ਤਾਂ ਬਹੁਤ ਜ਼ਿਆਦਾ ਸਿਫਤ ਹੋ ਰਹੀ ਹੈ। ਕਿਸਾਨ ਅੱਗ ਕਿਉਂ ਲਾਊਗਾ ਜੇ ਕਿਸਾਨ ਦੇ ਪੱਲੇ ਮਾਫ 4 ਪੈਸੇ? ਮਾਫ ਹਾਂਜੀ, ਕਰ, ਮੈਂ ਤੁਹਾਨੂੰ ਇੱਥੇ ਰੋਕ ਰਿਹਾ। ਹਾਂਜੀ, ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਕਹਿੰਦੇ ਨੇ ਕਿ ਸਾਨੂੰ ਜਿਹੜਾ, ਸਾਡੇ ਕੋਲ ਕੋਈ ਹੱਲ ਨਹੀਂ, ਸਰਕਾਰਾਂ ਉਸ ਗੱਲ ਦਾ ਹੱਲ ਕੱਢਣ ਨੂੰ ਤਿਆਰ ਨਹੀਂ। ਲੇਕਿਨ ਜਿਹੜੇ ਮੇਰੇ ਤੁਹਾਡੇ ਵਰਗੇ ਜਾਂ ਆਮ ਜਨਤਾ ਬੰਦੇ ਨੇ, ਜਿਨ੍ਹਾਂ ਤੋਂ ਇਹਨਾਂ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਇਸ ਦੀ ਸਜ਼ਾ ਕਿਉਂ ਭੁਗਤਣ? ਨਹੀਂ, ਦੇਖੋ, ਜਿਹੜਾ ਤੁਸੀਂ ਇਹ ਕਿਹਾ ਮੇਰੇ ਤੁਹਾਡੇ ਵਰਗੇ ਬੰਦਿਆਂ ਦਾ ਕੋਈ ਲੈਣਾ ਦੇਣਾ ਨਹੀਂ, ਘੱਟੋ ਘੱਟ ਮੈਂ ਤਾਂ ਆਪਣੇ ਆਪ ਨੂੰ ਚੋਂ ਬਾਹਰ ਕੱਢਦਾ, ਤੇ ਬਹੁਤੇ ਲੋਕ ਬਾਹਰ ਕੱਢਣਗੇ। ਸਾਡਾ ਲੈਣਾ ਦੇਣਾ ਬਹੁਤ ਕੁਛ ਹੈਗਾ। ਜਿਹੜਾ ਸਾਹ ਲੈਣਾ ਹੈ, ਅਸੀਂ ਸਾਰਿਆਂ ਨੇ ਇਕੱਠਾ ਲੈਣਾ ਹੈ। ਜਿਹੜੀ ਰੋਟੀ ਲੈਣੀ ਹੈ, ਅਸੀਂ ਵੀ ਉੱਥੋਂ ਹੀ ਲੈਣੀ ਹੈ ਜਿਹੜੀ ਉਹਨਾਂ ਨੇ ਪੈਦਾ ਕਰਕੇ ਦੇਣੀ ਹੈ। ਸਾਡਾ ਲੈਣਾ ਦੇਣਾ ਹੈਗਾ। ਜੇ ਮੇਰੇ ਧਰਤੀ ਕਹਿਣ ਮੇਰੇ ਕਹਿਣ ਤੋਂ ਭਾਵ ਇਹ ਨਹੀਂ ਸੀਗਾ ਡਾਕਟਰ ਸਾਹਿਬ, ਕਿ ਮੇਰੇ ਕਹਿਣ ਤੋਂ ਭਾਵ ਇਹ ਸੀਗਾ ਕਿ ਜਿਹੜਾ, ਜਿਨ੍ਹਾਂ ਦਾ ਇਸ ਲੜਾਈ ਤੋਂ ਕੁਝ ਨਹੀਂ ਲੈਣਾ, ਉਹ ਇਹ ਕਹਿੰਦੇ ਨੇ ਕਿ ਤੁਹਾਡੀ ਲੜਾਈ ਦੇ ਵਿੱਚ ਅਸੀਂ ਬਿਮਾਰ ਕਿਉਂ ਹੋਈਏ, ਅਸੀਂ ਐਕਸੀਡੈਂਟ 'ਚ ਕਿਉਂ ਮਰੀਏ, ਸਾਡੇ ਨਾਲ ਏਡੇ ਦੇ ਹਾਦਸੇ ਕਿਉਂ ਹੋਣ, ਅਸੀਂ ਮਾੜੀ ਹਵਾ ਦੇ ਵਿੱਚ ਕਿਉਂ ਰਹੀਏ। ਦੇਖੋ, ਤੁਸੀਂ ਹੁਣ ਪਤਾ ਕੀ ਹੈ, ਇਹ ਤੁਹਾਡਾ ਜਰਨਲਿਜ਼ਮ ਹੈਗਾ, ਤੁਹਾਡਾ ਬਹੁਤ ਐਕਸਪੋਜ਼ਰ ਹੈ, ਤੇ ਗੱਲ ਇਹ ਹੈਗੀ ਕਿ ਸਾਡਾ ਤੁਹਾਡਾ ਤਾਂ ਖਤਮ ਹੋ ਗਿਆ, ਇਹਦਾ ਜਨ ਅੰਦੋਲਨ ਬਣ ਗਿਆ। ਜਨ ਅੰਦੋਲਨ ਕਿਉਂ ਬਣਦਾ? ਪਹਿਲਾਂ ਕਿਸਾਨਾਂ ਨੇ ਸ਼ੁਰੂ ਕੀਤਾ। ਖੇਤ ਮਜ਼ਦੂਰ, ਪੰਜਾਬ ਦਾ ਦਲਿਤ, ਉਹ ਬਾਅਦ 'ਚ ਆਇਆ। ਉਹ ਕਿਉਂ ਆਇਆ? ਕਿਉਂਕਿ ਵਡੇਰੇ ਹਿੱਤਾਂ ਦਾ ਧਿਆਨ 'ਚ ਰੱਖਦੇ ਹੋਏ ਅੱਜ ਉਹ ਔਖੇ ਨੇ। ਕਿਸਾਨਾਂ ਵੱਲੋਂ ਵੀ ਉਹਨਾਂ ਨੂੰ ਸਮੱਸਿਆਵਾਂ ਸੀ, ਪੰਚਾਇਤੀ ਜ਼ਮੀਨਾਂ ਲੈਣ 'ਚ, ਜੋ ਠੇਕੇ ਦੇ ਲੈਣੇ ਜਦ, ਜਾਂ ਹੋਰ ਕਾਸਟ ਦੇ ਨਾਂ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਸੀ। ਪਰ ਵਡੇਰੇ ਹਿੱਤ ਅੱਜ ਪੰਜਾਬ ਦਾ ਜਿਹੜਾ ਗੈਰ ਫਾਰਮਰ ਵਰਗ ਹੈ, ਪਿੰਡ 'ਚ ਖੇਤੀਬਾੜੀ ਤੇ ਨਿਰਭਰ ਹੈ ਦਿਹਾੜੀ ਲਈ, ਪਰ ਦਿਹਾੜੀ ਘੱਟ ਮਿਲਦੀ ਹੈ ਕਿਉਂਕਿ ਮਸ਼ੀਨਰੀ ਖਾ ਗਈ, ਨਦੀਨਨਾਸ਼ਕ ਖਾ ਗਏ। ਪਿੰਡ ਸ਼ਹਿਰਾਂ ਦੇ ਲੇਬਰ ਚੌਂਕ 'ਚ ਆਉਂਦਾ ਹੈਗਾ, ਲੇਬਰ ਚੌਂਕ 'ਚ ਆ ਕੇ ਬੈਠਾ ਰਹਿੰਦਾ ਹੈ। 2 ਦਿਨ ਰੁਜ਼ਗਾਰ ਮਿਲ ਗਿਆ, 3 ਦਿਨ ਮਿਲ ਗਿਆ, 4 ਦਿਨ ਮਿਲ ਗਿਆ। ਬਾਕੀ ਜਿਹੜੀ ਘਰੋਂ ਰੁੱਖੀ ਸੁੱਕੀ ਰੋਟੀ ਲੈ ਆਉਂਦੀ ਹੈ, ਉਹ ਮੁੱਲ ਦੀ ਚਾਹ ਨਾਲ ਪੀ ਕੇ ਫਿਰ ਘਰੇ ਚਲ ਜਾਂਦਾ ਹੈਗਾ। ਉਹ ਜੁੜੇ ਨੇ। ਇਸ ਤੋਂ ਬਿਨਾਂ ਸਮਾਜ ਵੀ ਨਾਲ ਜੁੜਿਆ ਹੈ। ਜੇ ਭਾਰਤੀ ਜਨਤਾ ਪਾਰਟੀ ਦਾ ਇੱਕ ਗਵਰਨਰ ਇਹ ਕਹਿ ਰਿਹਾ ਕਿ ਇਹ ਤੁਸੀਂ ਗਲਤ ਕਰ ਰਹੇ ਹੋ, ਤਾਂ ਉਹ ਜਿਹੜੇ ਅਸੀਂ ਤੁਸੀਂ ਆ ਉਹ ਜੁੜ ਨਹੀਂ ਗਏ ਕਿ ਸਾਨੂੰ ਸਾਹ ਚੰਗਾ ਤਾਂ ਹੀ ਮਿਲੂਗਾ ਜੇ ਤੁਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੋਗੇ। ਸਾਡਾ ਧਰਤੀ ਵਾਲਾ ਪਾਣੀ ਅੰਮ੍ਰਿਤ ਦੇ ਰੂਪ 'ਚ ਤਾਂ ਬਚੂਗਾ ਜੇ ਤੁਸੀਂ ਇਹਨਾਂ ਸਮੱਸਿਆਵਾਂ ਹੱਲ ਕਰੋਗੇ। ਜੇ ਤੁਸੀਂ ਇਹਨਾਂ ਸਮੱਸਿਆਵਾਂ ਵਧਾਉਂਦੇ ਜਾਓਗੇ, ਕਾਰਪੋਰੇਸ਼ਨਾਂ ਵਧਣਗੀਆਂ, ਪਰ ਕਾਰਪੋਰੇਸ਼ਨਾਂ ਕਿੱਥੇ ਜਾਣਗੀਆਂ ਲੋਕਾਂ ਤੋਂ ਬਿਨਾਂ? ਕਿਉਂਕਿ ਜਿਹੜੀ ਮੰਗ ਹੈ ਕਾਰਪੋਰੇਸ਼ਨਾਂ ਦੇ ਪ੍ਰੋਡਕਟ ਦੀ, ਉਹ ਲੋਕਾਂ ਦੀ ਮੰਗ ਹੁੰਦੀ ਹੈ। ਲੋਕਾਂ ਨੂੰ ਜੇ ਅਸੀਂ ਪੈਸੇ ਨਹੀਂ ਦੇਵਾਂਗੇ, ਲੋਕਾਂ ਨੂੰ ਸੁਖੀ ਨਹੀਂ ਰੱਖਾਂਗੇ, ਤਾਂ ਉਹਨਾਂ ਦੀ ਮੰਗ ਕਿੱਥੋਂ ਹੋਊਗੀ? ਇਸੇ ਕਰਕੇ ਡਾਕਟਰ ਰਿਸੈਸ਼ਨ, ਡਿਪਰੈਸ਼ਨ ਆਉਂਦੇ ਰਹਿੰਦੇ ਨੇ। ਡਾਕਟਰ ਸਾਹਿਬ, ਮੈਂ ਇਹ ਕਹਿ ਰਿਹਾ, ਮੈਂ ਕਿਸਾਨਾਂ ਦੇ ਨਾਲ ਹਾਂ। ਕਿਸਾਨਾਂ ਨੂੰ ਹਾਂਜੀ, ਜਿਹੜੀਆਂ ਵੀ ਸਮੱਸਿਆ ਆਉਂਦੀਆਂ ਨੇ, ਮੈਂ ਉਹਦੇ ਨਾਲ ਹਾਂ। ਮੈਂ ਇਹ ਚਾਹੁੰਦਾ ਕਿ ਸਰਕਾਰਾਂ ਇਹਦਾ ਹੱਲ ਕੱਢਣ। ਮੈਂ ਇਹ ਚਾਹੁੰਦਾ ਕਿ ਸਰਕਾਰਾਂ ਕਿਸਾਨਾਂ ਲਈ ਕੁਛ ਨਾ ਕੁਛ ਅਜਿਹਾ ਕਰਨ ਜਿਹੜਾ ਕਿ ਪਰਾਲੀ ਦਾ ਕੋਈ ਹੱਲ ਨਿਕਲੇ। ਪਰ ਇਹਦੇ ਬਾਵਜੂਦ ਵੀ ਹੱਲ ਨਹੀਂ ਨਿਕਲ ਰਿਹਾ। ਮੈਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਾਂ, ਪਰ ਇਹਦੇ ਬਾਵਜੂਦ ਵੀ ਜਦੋਂ ਹੱਲ ਨਹੀਂ ਨਿਕਲਦਾ, ਕਿਸਾਨ ਉਹਨੂੰ ਫਸਲ ਨੂੰ ਅੱਗ ਲਾਉਂਦੇ ਨੇ, ਪ੍ਰਦੂਸ਼ਣ ਜਿਹੜਾ ਹੁੰਦਾ ਹੈ, ਉਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ, ਉਹਦੇ ਨਾਲ ਬੜਾ ਕੁਛ ਹੁੰਦਾ ਹੈ, ਤਾਂ ਉਹਦੇ 'ਚ ਨੁਕਸਾਨ ਮੇਰਾ ਵੀ ਹੁੰਦਾ ਹੈ। ਮੈਂ ਤਾਂ ਸਮਰਥਨ ਕਰ ਰਿਹਾ, ਨੁਕਸਾਨ ਫਿਰ ਵੀ ਮੇਰਾ ਹੋ ਰਿਹਾ। ਇਹਦੇ ਬਾਵਜੂਦ ਵੀ ਇਹਦਾ ਫਿਰ ਇਹਦੇ 'ਚ ਤਾਂ ਫਿਰ ਮੇਰੇ ਨਾਲ ਨਾਇਨਸਾਫ਼ੀ ਹੋ ਗਈ ਨਾ। ਨਹੀਂ ਕੁਲਵੰਤ ਸਿੰਘ ਜੀ, ਗੱਲ ਇਹ ਨਹੀਂ ਹੈਗੀ। ਤੁਹਾਡੇ ਨਾਲ ਬੇਇਨਸਾਫੀ ਕਿਉਂ ਹੋਊਗੀ? ਜੇ ਤੁਸੀਂ ਨਾਲ ਹੋਵੋਗੇ, ਜਾਂ ਆਪਾਂ ਬਿਲਕੁਲ। ਕਹਿੰਦੇ ਨਨ ਆਫ ਮਾਈ ਬਿਜ਼ਨਸ, ਮੇਰੇ ਇਹਦੇ ਨਾਲ ਕੀ ਲੈਣਾ ਦੇਣਾ? ਹੁਣ ਨਹੀਂ, ਨਹੀਂ, ਤੱਕ ਆਪਾਂ ਇਹ ਨਹੀਂ ਮੈਂ ਦਾ ਮਤਲਬ ਹੈ, ਮੈਂ ਦਾ ਮਤਲਬ ਹੈ ਪਬਲਿਕ। ਮੈਂ ਦਾ ਮਤਲਬ ਮੈਂ ਉਹੀ ਗੱਲ ਕਰਦਾ। ਪਬਲਿਕ ਤਾਂ ਨਾਲ ਜੁੜ ਗਈ ਹੈ। ਜੇ ਪਬਲਿਕ ਨਾਲ ਨਾ ਜੁੜਦੀ ਤਾਂ ਇਹ ਜਨ ਅੰਦੋਲਨ ਕਿਵੇਂ ਬਣਦਾ? ਇਸ ਲਈ ਜਿਹੜੀ ਹੈ ਲੋਕਾਂ ਜਾਗਰਤੀ ਆ ਰਹੀ ਹੈ ਕਿ ਅਸੀਂ ਜਨਸੰਖਿਆ ਦੇ ਇੱਕ ਵੱਡੇ ਹਿੱਸੇ ਨੂੰ ਇਹ ਗਰੀਬੀ 'ਚ, ਕਰਜ਼ੇ ਦੀ ਦਲਦਲ 'ਚ ਧੱਕਿਆ ਹੋਇਆ ਹੈ। ਜਦ ਤੱਕ ਉਹਨੂੰ ਉੱਥੋਂ ਬਾਹਰ ਨਹੀਂ ਕੱਢਾਂਗੇ, ਸਾਨੂੰ ਰੋਟੀ ਨਹੀਂ ਮਿਲਣੀ ਹੈਗੀ। ਆਹ ਕੋਵਿਡ-19 ਨੇ ਤਾਂ ਚਿੱਟੇ ਦਿਨ ਵਾਂਗ ਸਪਸ਼ਟ ਕਰਤਾ ਕਿ ਰੋਟੀ ਖੇਤੀਬਾੜੀ ਨੂੰ ਦੇਣੀ ਹੈ। ਖੇਤੀਬਾੜੀ ਨੂੰ ਚੱਲਦਾ ਰੱਖਣ ਲਈ ਜ਼ਰੂਰੀ ਹੈ ਕਿ ਸਰਕਾਰੀ ਨੀਤੀਆਂ ਪ੍ਰੋ ਕਾਰਪੋਰੇਟ ਮਾਡਲ ਤੇ ਉਹਨੂੰ ਉਹਦੀ ਜਗ੍ਹਾ ਪ੍ਰੋ ਪੀਪਲ ਤੇ ਪ੍ਰੋ ਨੇਚਰ ਮਾਡਲ ਅਪਣਾਉਣ ਲਈ ਆਉਣ। ਤੇ ਹੁਣ ਲੋਕਾਂ ਦਾ ਸਮਰਥਨ ਹੈ ਜਿਹੜਾ, ਤੁਸੀਂ ਤਾਂ ਸੰਘਰਸ਼ 'ਚ ਬਹੁਤ ਵਾਰੀ ਗਏ ਹੋਵੋਗੇ,
ਦੇਖਿਆ ਜੀ, ਹੋਊਗਾ, ਉੱਥੇ ਵੱਖ-ਵੱਖ ਵਰਗ ਆ ਕੇ ਸਮਰਥਨ ਕਰ ਰਹੇ ਨੇ। ਕਿਉਂ ਕਰ ਰਹੇ? ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਚੱਲ ਰਹੀ ਹੈ। ਨਾਲ-ਨਾਲ ਇਹ ਆਰਥਿਕ ਵਿਕਾਸ ਬਦਲਣ ਦੀ ਗੱਲ ਹੈ, ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਹੈ, ਰਾਜਸੀ ਪ੍ਰਦੂਸ਼ਣ ਨੂੰ ਦੂਰ ਕਰਨ ਦੀ ਗੱਲ ਹੈ, ਬੌਧਿਕ ਪ੍ਰਦੂਸ਼ਣ ਨੂੰ ਦੂਰ ਕਰਨ ਦੀ ਗੱਲ ਹੈ, ਕੋਆਪਰੇਸ਼ਨ ਨੂੰ ਵਧਾਉਣ ਦੀ ਗੱਲ ਹੈ ਕਿ ਜਿਹੜੀ ਜੇ ਸਰਕਾਰ ਵਾਲੇ ਪਾਸੇ ਉਹ ਤਾਂ ਠੀਕ ਹੈ, ਸਮਾਜ ਦਾ ਪੂਰਾ ਸਹਿਯੋਗ ਆ ਉੱਧਰ ਤਾਂ ਠੀਕ ਹੈ। ਇੱਕ ਇਹ ਵੀ ਗੱਲ ਹੈ ਕਿ ਰਲ ਮਿਲ ਕੇ ਖੇਤੀ ਕਰਨ ਵਾਲਾ ਮਾਡਲ ਯੂਐਨਓ ਨੇ 2011 'ਚ ਕਿਹਾ ਸੀ ਕਿ ਜੇ ਸਾਰੀ ਦੁਨੀਆ ਦੀ ਅਨਾਜ ਸੁਰੱਖਿਆ ਦੇਣੀ ਹੈ ਅਤੇ ਦੁਨੀਆ ਦਾ ਜਿਹੜਾ ਹੈਗਾ ਵਾਤਾਵਰਨ ਨੂੰ ਸ਼ੁੱਧ ਰੱਖਣਾ ਹੈ, ਤਾਂ ਇਹ ਪਰਿਵਾਰਕ ਖੇਤੀ ਚਾਹੀਦੀ ਹੈ। ਪਰ ਸਾਡੇ ਪੰਜਾਬ ਦੇ ਦਲਿਤਾਂ ਨੇ ਤੇ ਕੇਰਲਾ ਦੀਆਂ ਜ਼ਮੀਨ ਵਿਹੂਣੀਆਂ ਔਰਤਾਂ ਨੇ ਸਿੱਧ ਕਰਤਾ ਕਿ ਸਹਿਕਾਰੀ ਖੇਤੀ ਨਾਲ ਅਸੀਂ ਉਸ ਤੋਂ ਵੀ ਅੱਗੇ ਜਾ ਸਕਦੇ ਹਾਂ, ਕਿ ਜਿਹਦੇ ਨਾਲ ਸਾਡੀ ਪ੍ਰੋਡਕਸ਼ਨ ਵੀ ਜ਼ਿਆਦਾ ਹੋਊਗੀ, ਨੈਟ ਪ੍ਰੋਫਿਟ ਵੀ ਜ਼ਿਆਦਾ ਹੋਣਗੇ, ਲੋਕ ਵੀ ਸੁਖੀ ਰਹਿਣਗੇ। ਡਾਕਟਰ ਸਾਹਿਬ ਮਾਫ਼ ਕਰਨਾ, ਮੈਂ ਪਹਿਲਾਂ ਆਖਰੀ ਕਹਿ ਚੁੱਕਿਆ ਸੀ, ਹੁਣ ਫਿਰ ਦੁਬਾਰਾ ਮੈਨੂੰ ਆਖਰੀ ਕਹਿਣਾ ਪੈ ਰਿਹਾ ਕਿ ਹਾਂਜੀ। ਕਿਉਂ ਗੱਲਬਾਤ ਹੀ ਇੰਨੀ ਕਿ ਜਿਹੜੀ ਹੈ ਉਹ ਦਿਲਚਸਪ ਹੋ ਰਹੀ ਸੀ ਕਿ ਮੈਨੂੰ ਇੱਕ ਸਵਾਲ ਕੁਛ ਹੋਰ ਕਰਨਾ ਪੈ ਗਿਆ। ਆਖਰੀ ਸਵਾਲ ਜਿਹੜਾ ਇਹ ਹੈ ਕਿ ਲੰਘੇ ਦਿਨੀਂ ਕਿਸਾਨਾਂ ਨੇ ਇੱਕ 10 ਦਿਨ ਦੀ ਹੜਤਾਲ ਕੀਤੀ ਸੀ। ਉਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਦੇ ਫੜ ਕੇ ਦੁੱਧ ਡੋਲ ਦਿੱਤੇ ਗਏ, ਸਬਜ਼ੀਆਂ ਡੋਲ ਦਿੱਤੀਆਂ ਗਈਆਂ, ਹੋਰ ਬਹੁਤ ਨੁਕਸਾਨ ਕੀਤਾ ਗਿਆ ਕਿ ਤੁਸੀਂ ਜਿਹੜਾ ਹੜਤਾਲ ਦੇ ਦੌਰਾਨ ਵੀ ਕਿਉਂ ਇਹ ਚੀਜ਼ਾਂ ਲੈ ਕੇ ਨਿਕਲੇ। ਉਸ ਦੌਰਾਨ ਲੋਕਾਂ ਦੇ ਲੋਕ ਜਿਹੜੇ ਸੀ ਉਸ ਹੜਤਾਲ ਦੇ ਵਿਰੋਧ 'ਚ ਆ ਗਏ। ਬਹੁਤ ਬੁਰੀ ਤਰ੍ਹਾਂ ਜਿਹੜਾ ਕਿਸਾਨੀ ਦਾ ਉਹ ਵਿਰੋਧ ਹੋਇਆ ਉਸ ਵੇਲੇ। ਤਾਂ ਉਹ ਜਿਹੜਾ ਉਹਨਾਂ ਨੂੰ ਹੜਤਾਲ ਆਪਣੀ ਕੁਝ ਦਿਨ ਪਹਿਲਾਂ ਹੀ ਵਾਪਸ ਲੈਣੀ ਪਈ। ਹੁਣ ਤਾਂ ਇਹ ਲੋਕ ਕਿਸਾਨਾਂ ਦੇ ਨਾਲ ਨੇ, ਪੂਰੀ ਤਰ੍ਹਾਂ ਨਾਲ ਨੇ, ਹਰ ਵਰਗ ਨਾਲ ਹੈ। ਮੈਂ ਖੁਦ ਨਾਲ ਹਾਂ, ਜਰਨਲਿਸਟ ਨਾਲ ਨੇ ਸਾਰੇ, ਹਰ ਵਰਗ ਨਾਲ ਹੈ। ਤਾਂ ਕੀ ਹੁਣ ਕਿਸਾਨਾਂ ਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਜੋ ਆਮ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ, ਉਸ ਤੋਂ ਉਹਨਾਂ ਨੂੰ ਨਿਜਾਤ ਦਿਵਾਈ ਜਾਵੇ? ਕੁਲਵੰਤ ਸਿੰਘ ਜੀ, ਜਿਹੜੇ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਆਪਦਾ ਆਰਟੀਕਲ ਲਿਖਿਆ ਸੀ, ਪੰਜਾਬੀ ਟ੍ਰਿਬਿਊਨ ਛਪਿਆ ਸੀ। ਮੈਂ ਜੀ, ਕਿਹਾ ਸੀ ਇਹ ਲੋਕਾਂ ਦਾ ਜਿਹੜੇ ਸਿਰਫ 2 ਡੰਗ ਦੀ ਰੋਟੀ ਲਈ ਚੁੱਲ੍ਹਾ ਬਲਦਾ ਰੱਖਣ ਲਈ ਵੀ ਆਪਦੀ ਕੋਈ ਚੀਜ਼ ਸ਼ਹਿਰ ਲੈ ਕੇ ਆ ਰਿਹਾ, ਉਹਨੂੰ ਰੋਕਣਾ ਸਾਡਾ ਗਲਤ ਹੈ। ਬਿਲਕੁਲ, ਸਾਡੀ ਕਿਸਾਨ ਜਥੇਬੰਦੀਆਂ ਗਲਤ ਹੈ, ਮੈਂ ਲਿਖਿਆ ਸੀ, ਹੈ ਨਾ? ਬਿਲਕੁਲ। ਤੇ ਪਰ ਹੁਣ ਕਿਸਾਨ ਜਥੇਬੰਦੀਆਂ ਨੂੰ ਅਹਿਸਾਸ ਹੋ ਗਿਆ, ਜਿਹੜੀ ਮੈਂ ਸਹਿਕਾਰੀ ਖੇਤੀਬਾੜੀ ਦੀ ਗੱਲ ਕੀਤੀ ਹੈ, ਉਹ ਦੁੱਧ ਨੂੰ ਡੋਲਣਗੇ ਨਹੀਂ, ਸਬਜ਼ੀਆਂ ਨੂੰ ਖੇਤਾਂ 'ਚ ਨਹੀਂ ਬਾਉਣਗੇ। ਕਿਤੇ-ਕਿਤੇ ਹੋ ਰਿਹਾ, ਉਹਨੂੰ ਰੋਕ ਰਹੇ ਨੇ। ਨਹੀਂ ਬਾਉਣਗੇ, ਪ੍ਰੋਟੈਸਟ ਕਰਨ ਦਾ ਕੋਈ ਤਰੀਕਾ ਨਹੀਂ, ਸਗੋਂ ਰਲ ਮਿਲ ਕੇ ਖੇਤੀ ਕਰਨਗੇ। ਆਪਦੇ ਖੇਤ ਦੇ ਕਿਨਾਰੇ ਤੇ ਰੋਡ ਤੇ ਆ ਕੇ ਵੇਚਣਗੇ, ਕਸਬਿਆਂ ਜਾਣਗੇ, ਸ਼ਹਿਰਾਂ ਜਾਣਗੇ, ਤੇ ਉੱਥੇ ਇੱਕ ਤਾਂ ਉਹਨਾਂ ਨੂੰ ਮੰਡੀ ਨਾਲੋਂ ਵੱਧ ਕੀਮਤ ਮਿਲੂਗੀ। ਦੂਜੀ ਗੱਲ ਹੈ ਕਿ ਸ਼ਹਿਰੀਆਂ ਨੂੰ ਚੰਗਾ ਮਾਲ ਮਿਲੂਗਾ ਤੇ ਸਸਤਾ ਮਿਲੂਗਾ। ਇਹ ਖਪਤਕਾਰ ਦਾ ਵੀ ਫਾਇਦਾ ਹੋਊਗਾ ਤੇ ਜਿਹੜਾ ਪ੍ਰੋਡਿਊਸ ਕਰਦਾ ਉਹਦਾ ਵੀ ਫਾਇਦਾ ਹੋਊਗਾ। ਸਹਿਕਾਰਤਾ ਜਿਹੜੀ ਹੈਗੀ, ਤੇ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਘੱਟੋ ਘੱਟ ਪੰਜਾਬ ਵਾਲੇ ਜਿਹੜੇ ਸਾਡੀ ਕਿਸਾਨੀ ਹੈ, ਉਹਨਾਂ ਨੂੰ ਦਲਿਤਾਂ ਦੇ ਦੁੱਖਾਂ ਦਾ ਅਹਿਸਾਸ ਹੋਊਗਾ ਤੇ ਉਹ ਮੰਨ ਰਹੇ ਨੇ ਕਿ ਅਸੀਂ ਕਰਾਂਗੇ। ਜਿਹੜੀ ਉਹਦੀ ਪੰਚਾਇਤੀ ਜ਼ਮੀਨ ਅਸੀਂ ਧੱਕੇ ਨਾਲ ਡੰਮੀ ਬੋਲੀਆਂ ਦੇ ਕੇ ਲੈ ਲੈਂਦੇ ਹਾਂ, ਉਹ ਤੋਂ ਅਸੀਂ ਪਿੱਛੇ ਹਟਾਂਗੇ। ਸਗੋਂ ਉਹਨਾਂ ਨੂੰ ਸਹਿਕਾਰੀ ਖੇਤੀਬਾੜੀ ਕਰਨ ਦੀ, ਜਿਹੜੀ ਕਿ ਉਹਨਾਂ ਨੇ ਮਾਲਵੇ ਦੇ ਪਿੰਡਾਂ 'ਚ ਤੇ ਕੁਛ ਹੋਰ ਪਿੰਡਾਂ 'ਚ ਕਰਕੇ ਸਾਨੂੰ ਰੋਲ ਮਾਡਲ ਦੇਤਾ ਹੈ, ਉੱਧਰ ਨੂੰ ਚੱਲਣ ਦਾ ਅਸੀਂ ਰਾਹ ਅਪਣਾਵਾਂਗੇ। ਬਾਕੀ ਉਸ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਬਹੁਤ ਜਾਤੀਆਂ ਨੇ ਉਹਨਾਂ ਲੋਕਾਂ ਨਾਲ, ਜਿਹੜੇ ਸਾਡੇ ਖੇਤ ਮਜ਼ਦੂਰ ਨੇ, ਛੋਟੇ ਪੇਂਡੂ ਕਾਰੀਗਰ ਨੇ, ਉਹਨਾਂ ਤੋਂ ਉਹਦੇ ਯੋਗਦਾਨ ਨੂੰ ਦੇਖਦੇ ਹੋਏ, ਸਿਆਣਪ ਨੂੰ ਦੇਖਦੇ ਹੋਏ ਅਸੀਂ ਸਹਿਕਾਰੀ ਖੇਤੀਬਾੜੀ ਵੱਲ ਆਵਾਂਗੇ, ਸਹਿਕਾਰਤਾ ਦੇ ਹੋਰ ਫੀਲਡਾਂ ਵੱਲ ਆਵਾਂਗੇ ਤੇ ਬਹੁਤੀਆਂ ਸਮੱਸਿਆਵਾਂ ਨੂੰ ਉੱਥੋਂ ਹੱਲ ਕਰ ਲਾਂਗੇ। ਸੋ ਡਾਕਟਰ ਸਾਹਿਬ, ਤੁਸੀਂ ਬਹੁਤ ਵਡਮੁੱਲੇ ਵਿਚਾਰ ਦਿੱਤੇ ਨੇ। ਤੁਸੀਂ ਅਜਿਹੀਆਂ ਆਸਾਂ ਬਣਾਈਆਂ ਨੇ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਮ ਜਨਤਾ ਦੇ ਹਿੱਤਾਂ ਦੇ ਨੂੰ ਸੋਚਦੇ ਹੋਏ ਆਪਣੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਪ੍ਰੋਟੈਸਟ ਕਰਨਾ ਚਾਹੀਦਾ, ਵਿਰੋਧ ਕਰਨਾ ਚਾਹੀਦਾ, ਉਹ ਵਿਰੋਧ ਵੀ ਕਰਨਗੇ ਤੇ ਆਮ ਜਨਤਾ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਸ ਤਰੀਕੇ ਨਾਲ ਵੀ ਹੋ ਸਕਦਾ ਹੈ ਉਹ ਸਮਾਜ ਦੇ ਭਲੇ ਵੱਲ ਅੱਗੇ ਵਧਣਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ। ਸ਼ੁਕਰੀਆ ਜੀ ਤੁਹਾਡਾ।